Like the video, subscribe to the channel and press the bell icon for latest video updates. ਸਿੱਧੂ ਸਾਹਿਬ ਉਹ ਲੀਡਰ ਹੈ ਜਿਹੜੇ ਸੈਲੀਬ੍ਰਿਟੀ ਦੇ ਵੇਵ ਤੇ ਰਾਈਡ ਕਰਕੇ ਜਿੱਤੇ ਹੈ। ਸਿੱਧੂ ਸਾਹਿਬ ਗ੍ਰਾਸ ਰੂਟ ਲੈਵਲ ਤੇ ਕਦੇ ਵੀ ਪੋਲੀਟੀਕਲ ਵਰਕਰ ਨਹੀਂ ਰਹੇ। ਸਿੱਧੂ ਸਾਹਿਬ ਪਸੀਨਾ ਨਹੀਂ ਬਹਾ ਸਕਦੇ, ਆਪਣੇ ਸਰੀਰ ਦੇ ਨਾਲ ਕਸ਼ਟ ਨਹੀਂ ਸਹਿ ਸਕਦੇ। ਸਿੱਧੂ ਸਾਹਿਬ ਸਿਰਫ ਸਟੇਜਾਂ ਤੇ ਚੜ ਕੇ ਭਾਸ਼ਣ ਦੇ ਸਕਦੇ ਹੈ, ਕਦੇ ਮਾਰਤਾ ਤਾੜਾ ਤੇ ਕਦੇ ਮਾਰਤੀ ਤਾੜੀ। ਇਸ ਕਿਸਮ ਦਾ ਮਾਹੌਲ ਸਿੱਧੂ ਸਾਹਿਬ ਕਰ ਸਕਦੇ हैं। ਸਿੱਧੂ ਸਾਹਿਬ ਕਦੇ ਵੀ ਮਿਹਨਤ ਕਰਕੇ ਗ੍ਰਾਸ ਰੂਟ ਦੇ ਲੀਡਰ ਨਾ ਹੈ ਨਾ ਹੋ ਸਕਦੇ ਹੈ। ਸੋ ਐਕਸਪੈਕਟ ਕਰਨਾ ਇਹਨਾਂ ਤੋਂ ਇਹ ਵੀ ਗਲਤ ਹੈ। ਐਂਡ ਜੇ ਤੁਸੀਂ ਕਹੋ ਸਿੱਧੂ ਸਾਹਿਬ ਕਿਤੇ ਪੈਰਲਲ ਲੀਡਰਸ਼ਿਪ ਐਸਟੈਬਲਿਸ਼ ਕਾਂਗਰਸ ਚ ਕਰ ਲੈਣਗੇ, ਉਹ ਵੀ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੀ ਜਿਹੜੀ ਹਿਊਮਨ ਰਿਸੋਰਸਿਸ ਹੈ ਉਹ ਬਹੁਤ ਵੀਕ ਹੈ। ਇਹ ਬੜੇ ਸੈਲਫ ਸੈਂਟਰਡ ਹੈ, ਆਪਣੇ ਤੱਕ ਤਾਲੁਕ ਰੱਖਦੇ ਆ, ਕਦੇ ਵੀ ਕਿਸੇ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲ ਸਕਦੇ। ਇਹ ਇਹਨਾਂ ਦਾ ਪੁਰਾਣਾ ਸੁਭਾਅ ਹੈ ਤੇ ਮੈਂ ਨਹੀਂ ਸਮਝਦਾ ਕਿ ਸਿੱਧੂ ਸਾਹਿਬ ਕਿਤੇ ਬਹੁਤ ਵੱਡੀ ਪੋਲੀਟੀਕਲ ਇੰਪੈਕਟ ਆਪਣੇ ਆਪ ਬਣਾ ਕੇ ਲੋਕਾਂ ਨੂੰ ਨਾਲ ਤੋੜ ਕੇ ਕਰ ਸਕਦੇ ਆ। ਹਾਂ, ਬਹੁਤ ਬੜੀ ਨਾਮ ਹੈ ਇਹਨਾਂ ਦਾ, ਸਟੇਜਾਂ ਤੋਂ ਬੁਲਾਓ, ਇਹ ਭਾਸ਼ਣ ਅੱਛੇ ਦੇ ਦਿੰਦੇ ਆ, ਵੋਕੈਬਲਰੀ ਅੱਛੀ ਹੈ, ਈਡੀਅਮਸ ਅੱਛੇ ਲਾ ਦਿੰਦੇ ਆ, ਸਿਮਰੀਜ਼ ਅੱਛੀਆਂ ਲਾ ਦਿੰਦੇ ਆ। ਉਹ ਕਿਤਾਬ ਰੱਖੀ ਹੋਈ ਇਹਨਾਂ ਨੇ ਕਿੱਡੀ ਮੋਟੀ, ਉਹਦੇ ਤੋਂ ਜਾਣ ਤੋਂ ਪਹਿਲਾਂ ਸਾਰਾ ਪੜ੍ਹ ਲੈਂਦੇ, ਉਹ ਪੜ੍ਹ ਕੇ ਉਹਦੇ ਚੋਂ ਕੱਢ ਕੇ ਉਦਾਹਰਨਾਂ ਲਾਉਂਦੇ। ਕਾਲੇ ਰੰਗ ਦੀ ਕਿਤਾਬ ਹੈ, ਮੈਂ ਵੀ ਦੇਖਿਆ ਇਹਨਾਂ ਨੂੰ ਇਲੈਕਸ਼ਨ ਦੇ ਭਾਸ਼ਣ ਤਿਆਰ ਕਰਦੇ ਹਨ। ਹੀ ਇਜ਼ ਅ ਗੁੱਡ ਸਪੀਕਰ, ਗੁੱਡ ਓਰੇਟਰ। ਦਰਸ਼ਕੋ, ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਵਾਲੇ ਪ੍ਰੋਗਰਾਮ 'ਚ ਅਸੀਂ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਦੀ ਲੰਚ ਡਿਪਲੋਮੇਸੀ ਬਾਰੇ ਕਰਾਂਗੇ। ਹੁਣ ਤੋਂ ਥੋੜੀ ਦੇਰ ਪਹਿਲੇ ਬੜੀਆਂ ਕਨਫਲਿਕਟਿੰਗ ਰਿਪੋਰਟਸ ਆ ਰਹੀਆਂ ਸਨ। ਪਹਿਲਾਂ ਤਾਂ ਇਹ ਪਤਾ ਲੱਗਾ ਸੀ ਵੀ ਸਿੱਧੂ ਸਾਹਿਬ ਡਿਪਟੀ ਸੀਐਮ ਬਣਨ ਲਈ ਐਡਮੈਂਟ ਹੈਗੇ ਤੇ ਨਾਲ ਉਹਨਾਂ ਦਾ ਪਹਿਲਾਂ ਲੋਕਲ ਬੋਡੀ ਪੋਰਟਫੋਲੀਓ। ਹੁਣ ਹੀ ਥੋੜੀ ਦੇਰ ਪਹਿਲਾਂ ਅੱਧੇ ਘੰਟੇ ਦੀ ਖਬਰ ਹੈ ਵੀ ਸਿੱਧੂ ਸਾਹਿਬ ਨੂੰ ਮੰਤਰੀ ਇੰਡਕਟ ਕੀਤਾ ਜਾਣੇ ਦੀ ਸੰਭਾਵਨਾ ਹੈਗਾ। ਕੈਪਟਨ ਅਮਰਿੰਦਰ ਨੇ ਨੋਟ ਦੇਤੀ ਹੈਗੀ ਹੈ। ਕੀ ਸਿੱਧੂ ਸਾਹਿਬ ਦੇ ਆਉਣ ਨਾਲ ਇੰਨੀ ਦੇਰ ਸਾਈਡਲਾਈਨ ਰਹੇ ਕਾਂਗਰਸ ਦੀ ਕਿੰਨੀ ਰਿਵਾਈਵਲ ਹੋਏਗੀ? ਇਹ ਆਖਰੀ ਸਾਲ ਹੈਗਾ, ਇਹਦੇ ਤੇ ਅਸੀਂ ਡਿਸਕਸ ਕਰਾਂਗੇ। ਸਾਡੇ ਨਾਲ ਆਨਲਾਈਨ ਲੁਧਿਆਣਾ ਤੋਂ ਜੁੜੇ ਨੇ ਮਾਨਯੋਗ ਸ਼੍ਰੀ ਹਰੀਸ਼ ਰਾਏ ਢਾਂਡਾ ਜੀ, ਜੋ ਕਿ ਬੜੇ ਰਿਪਿਊਟਡ ਵਕੀਲ ਹੈਗੇ ਆ, ਐਕਸ MLA ਹੈਗੇ ਆ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵੀ ਰਹਿ ਚੁੱਕੇ ਹੈਗੇ ਆ ਤੇ ਐਕਸ ਵਿਲੇਜ ਮੈਂਬਰ ਵੀ ਹੈਗੇ। ਢਾਂਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈਗਾ। ਧੰਨਵਾਦ ਸਰ। ਕੀ ਲੱਗਦਾ ਇਹ ਸਿੱਧੂ ਸਾਹਿਬ ਦੀ ਵਾਈਫ ਦੇ ਤਾਂ ਤੇਵਰ ਜੋ ਲੇਟੈਸਟ ਵੀਡੀਓ ਆਏ ਦਿਖੇ ਹੀ ਸੀ, ਉਹ ਕਹਿੰਦੇ ਇਦਾਂ ਦੀਆਂ ਬੜੀਆਂ ਮੀਟਿੰਗ ਹੋ ਚੁੱਕੀਆਂ ਹੈਗੀਆਂ ਤੇ ਹੁਣ ਕਾਂਗਰਸ ਹਾਈਕਮਾਨ ਨੇ ਉਹਨਾਂ ਨੂੰ ਵੀ ਪੈਸੀਫਾਈ ਕਰਨੇ ਦਾ ਕੀਤੀ। ਪਹਿਲਾਂ ਸਿੱਧੂ ਸਾਹਿਬ ਬਾਰੇ ਕਰ ਲਈ, ਕੀ ਲੱਗਦਾ ਤੁਹਾਨੂੰ? ਦੇਖੋ, ਇਹ ਸਾਰੇ ਖਦਸ਼ੇ ਹੈ, ਮੈਨੂੰ ਕਲੈਰਿਟੀ ਨਜ਼ਰ ਨਹੀਂ ਆ ਰਹੀ ਕੋਈ। ਮੈਨੂੰ ਜੋ ਮਹਿਸੂਸ ਹੁੰਦਾ ਉਹ ਇਹ ਹੈ ਕਿ ਗਏ ਸੀਗੇ ਲੰਚ ਮੀਟਿੰਗ ਲਈ, ਫਿਰ ਹੋ ਗਈ ਟੀ ਮੀਟਿੰਗ, ਫਿਰ 5 ਮਿੰਟ 'ਚ ਮੀਟਿੰਗ ਖਤਮ ਵੀ ਹੋ ਗਈ। ਇਹ ਸਿੱਧੂ ਸਾਹਿਬ ਮੇਰੇ ਅਨੁਸਾਰ ਉਹ ਡਿਪਟੀ ਸੀਐਮ ਜਾਂ ਪਾਰਟੀ ਪ੍ਰਧਾਨ ਤੋਂ ਘੱਟ ਐਗਰੀ ਨਹੀਂ ਕਰਨਗੇ। ਮੁੱਖ ਮੰਤਰੀ ਜੀ ਨੂੰ ਲੱਗਦਾ ਹੈ ਕਿ ਜੇ ਮੈਂ ਡਿਪਟੀ ਸੀਐਮ ਬਣਾ ਦੂੰਗਾ ਤਾਂ ਫਿਰ ਕਿਤੇ ਨਾ ਕਿਤੇ ਮੇਰੇ ਪੈਰਲਲ ਇੰਡੀਕੇਸ਼ਨ ਜਾਊਗੀ ਕਿ ਇਹ ਫਿਊਚਰ 'ਚ ਸੀਐਮ ਬਣ ਸਕਦੇ ਹਨ। ਉਹਨਾਂ ਨੂੰ ਆਪਣੀ ਸਰਵਾਈਵਲ ਦਾ ਖਤਰਾ ਪੈਦਾ ਹੋ ਸਕਦਾ ਹੈ। ਨੈਚੁਰਲੀ ਜੇ ਉਹਨਾਂ ਨੂੰ ਪਾਰਟੀ ਪ੍ਰਧਾਨ ਬਣਾਉਂਦੇ ਆ, ਫਿਰ ਉਹਨਾਂ ਦਾ ਸਿਲੈਕਸ਼ਨ ਆਫ ਕੈਂਡੀਡੇਟਸ ਦੇ ਵਿੱਚ, ਉਹਨਾਂ ਦਾ ਕੰਪੇਨ ਦੇ ਵਿੱਚ ਤੇ ਪਾਰਟੀ ਨੂੰ ਲੀਡ ਕਰਨ ਦੇ ਵਿੱਚ ਬਣ ਜੂ। ਉਹਦੇ ਨਾਲ ਵੀ ਕੈਪਟਨ ਸਾਹਿਬ ਦੀ ਕਿਤੇ ਨਾ ਕਿਤੇ ਐਸਟੈਬਲਿਸ਼ਡ ਲੀਡਰਸ਼ਿਪ ਨੂੰ ਖਤਰਾ ਨਜ਼ਰ ਆਉਂਦਾ ਹੈ। ਸੋ ਕੈਪਟਨ ਸਾਹਿਬ ਉਹਨੂੰ ਕਹਿਣਗੇ ਕਿ ਤੂੰ ਮੰਤਰੀ ਬਣ ਜਾ, ਜਿਹੜਾ ਮਰਜ਼ੀ ਪੋਰਟਫੋਲੀਓ ਲੈ ਲੈ। ਫਿਰ ਤਾਂ ਵਰਚੁਅਲ ਸੀਐਮ ਡਿਕਲੇਅਰ ਹੋ ਗਏ। ਹਾਂਜੀ। ਸੋ ਇਹ ਦੇਖੋ ਕੀ ਹੁੰਦਾ। ਇਹਨਾਂ ਦੀ ਸਟਰਗਲ ਹੈ, ਡੈਫੀਨੇਟਲੀ ਪਾਰਟੀ ਦੇ ਵਿੱਚ ਪਾਵਰ ਸਟਰਗਲ ਚੱਲ ਰਹੀ ਹੈ। ਕੀ ਹੁੰਦਾ ਆਊਟਕਮ, ਇਹ ਗੋਡ ਨੋਸ। ਹਾਂਜੀ, ਇਹ ਹੁਣ ਰਾਵਤ ਸਾਹਿਬ ਬੜੀ ਪਹਿਲਾਂ ਵੀ ਇਹਨਾਂ ਨੇ ਨੈਗੋਸੀਏਸ਼ਨ ਕਰਨੇ ਦੀ ਕੋਸ਼ਿਸ਼ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਵਿੱਚ ਤੇ ਹਾਈਕਮਾਨ ਤੇ ਕੱਦ ਵੀ ਕਾਫੀ ਉੱਚਾ ਹੈਗਾ। ਕੀ ਲੱਗਦਾ ਕਿੱਥੇ ਸੈਟਲਮੈਂਟ ਹੋਏਗੀ ਕਿ ਨਹੀਂ ਹੋਏਗੀ? ਇੱਦਾਂ ਚੱਲੀ ਜਾਏਗੀ ਗੱਡੀ? ਦੇਖੋ, ਜੋ ਹੋਊਗਾ ਉਹਦੇ ਵਿੱਚ ਡੈਫੀਨੇਟਲੀ ਕੈਪਟਨ ਸਾਹਿਬ ਦੀ ਸੇ ਜ਼ਿਆਦਾ ਹੋਊਗੀ। ਕੈਪਟਨ ਸਾਹਿਬ ਨੂੰ ਇਗਨੋਰ ਕਰਕੇ, ਬੁਲਡੋਜ਼ ਕਰਕੇ ਨਹੀਂ ਹੋਊਗਾ, ਕਿਉਂਕਿ ਕੈਪਟਨ ਸਾਹਿਬ ਸਟਰੋਂਗ ਐਸਟੈਬਲਿਸ਼ਡ ਲੀਡਰ ਹੈ ਪੰਜਾਬ ਦੇ ਤੇ ਸੈਂਟਰ ਦੇ ਵਿੱਚ ਕਾਂਗਰਸ
ਬਹੁਤ ਵੀਕ ਹੈ, ਉਹਨਾਂ ਦੀ ਲੀਡਰਸ਼ਿਪ ਐਸਟੈਬਲਿਸ਼ ਨਹੀਂ ਹੈ, ਹਾਂਜੀ। ਅੰਦਰੂਨੀ ਉਬਾਲ ਵੀ ਚੱਲ ਰਿਹਾ ਹੈ, ਖਿੱਚਾ ਤਾਣ ਚੱਲ ਰਿਹਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਹਾਈ ਕਮਾਂਡ ਇੰਨੀ ਸਟਰੋਂਗ ਹੈ ਕਿ ਕੈਪਟਨ ਸਾਹਿਬ ਨੂੰ ਇਗਨੋਰ ਕਰਕੇ ਕੋਈ ਫੈਸਲਾ ਲੈ ਲਵੇ। ਪੋਸੀਬਲ ਨਹੀਂ ਜਦੋਂ ਲੱਗਦਾ। ਸਾਲ ਪਹਿਲਾਂ ਇਹਨਾਂ ਨੂੰ ਪਾਵਰ ਪੋਰਟਫੋਲੀਓ ਬਿਜਲੀ ਦਾ ਦਿੱਤਾ ਸੀ, ਉਦੋਂ ਇਨਸੀਡੈਂਟਲੀ ਗਰਮੀ ਵੀ ਬੜੀ ਸੀ। ਮਿਨਿਸਟਰ ਤਾਂ ਮਿਨਿਸਟਰ ਹੁੰਦਾ, ਉਹੀ ਜਿਹੜੀ ਝੰਡੀ ਵਾਲੀ ਕਾਰ, ਪਰਕਸ ਸਾਰੇ ਸੇਮ ਹੈਗੇ ਆ। ਵੈਸੇ ਵੀ ਦੇਖਿਆ ਜਾਵੇ, ਮਤਲਬ ਲੀਡਰ ਜਰਨਲਿਸਟ ਸੀਐਮ ਕੋਈ ਵੀ ਹੋਵੇ ਸਟੇਟ, ਉਹਦੇ ਆਪਣੇ ਪ੍ਰੈਰੋਗੇਟਿਵ ਹੁੰਦੇ। ਉਹਨੇ ਕਿਹੜਾ ਮੰਤਰੀ ਕੀ ਲਾਉਣਾ, ਕਿਵੇਂ ਕਿੱਦਾਂ ਕਰਨਾ ਹੈਗਾ। ਉਦੋਂ ਤੁਹਾਨੂੰ ਲੱਗਦਾ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਬਤੌਰ ਸੀਐਮ ਜੋ ਵੀ ਸਟੈਪ ਲਿਆ, ਉਹਨਾਂ ਨੂੰ ਪੋਰਟਫੋਲੀਓ ਦਿੱਤੇ ਆ। ਆਪਣੇ ਨਵਜੋਤ ਸਿੰਘ ਸਿੱਧੂ ਨੇ ਕੁਛ ਉਹਦੇ ਵਿੱਚ ਕੁਝ ਗਲਤ ਡਿਸੀਜ਼ਨ ਲਿਆ, ਉਹਦੇ ਬਾਰੇ ਕੀ ਵਿਚਾਰ ਆ ਤੁਹਾਡਾ? ਦੇਖੋ, ਪਾਰਲੀਮੈਂਟਰੀ ਸਿਸਟਮ ਦੇ ਵਿੱਚ ਮੁੱਖ ਮੰਤਰੀ ਕੋਲ ਅਧਿਕਾਰ ਹੈ ਜਿਹਨੂੰ ਮਰਜ਼ੀ ਪੋਰਟਫੋਲੀਓ ਦੇਵੇ। ਹਾਂਜੀ। ਸੋ ਜੇ ਕੋਈ ਸਮਝਦਾ ਕਿ ਮੈਨੂੰ ਆਹ ਪੋਰਟਫੋਲੀਓ ਨਹੀਂ ਦਿੱਤਾ ਤੇ ਦੂਜਾ ਦੇ ਦਿੱਤਾ ਤੇ ਅਸਤੀਫਾ ਦੇ ਦੇਵੇ ਤੇ ਚਲੇ ਜਾਵੇ, ਇਹ ਐਕਸੈਪਟੇਬਲ ਨੋਰਮ ਨਹੀਂ ਹੈ। ਹਾਂਜੀ। ਐਂਡ ਸਿੱਧੂ ਸਾਹਿਬ ਦੇ ਵਿੱਚ ਸਬੋਰਡੀਨੇਸ਼ਨ 'ਚ ਰਹਿਣਾ ਉਹਨਾਂ ਦੀ ਤਬੀਅਤ ਨਹੀਂ ਹੈ। ਹਾਂਜੀ। ਸਿੱਧੂ ਸਾਹਿਬ ਨੇ ਅਜ਼ਹਰੁਦੀਨ ਦੇ ਚਪੇੜ ਮਾਰ ਕੇ ਵਾਪਸ ਆ ਗਏ ਸੀਗੇ, ਛੱਡਿਆ ਸੀ ਆਪਣੀ ਕ੍ਰਿਕਟ ਦਾ ਵੀ। ਸੋ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਿੱਧੂ ਸਾਹਿਬ ਐਗਰੀ ਨਹੀਂ ਕਰਨਗੇ, ਉਹ ਕਿਸੇ ਦੇ ਤਾਬੇ ਨਹੀਂ ਰਹਿ ਸਕਦੇ। ਉਹ ਬਾਗੀ ਸੁਭਾਅ ਦੇ ਹੈ ਤੇ ਉਹੀ ਸੁਭਾਅ ਉਹਨਾਂ ਦਾ ਹੈ। ਸੋ ਦੇਖੋ ਕੀ ਹੁੰਦਾ। ਜਿੰਨੇ ਕੁ ਟਾਡਾ ਸਾਹਿਬ, ਮੈਂ ਵਿੱਚ ਬਾਹਰ ਜਾਂਦਾ ਰਹਿਣਾ ਹੈਗਾ, ਪ੍ਰੋਗਰਾਮ ਕਰਦਾ ਰਹਿਣਾ ਹੈਗਾ। ਦੇਖੋ, ਕੋਵਿਡ ਦੌਰਾਨ ਵੀ ਉਹਨਾਂ ਦੀ ਬੜੀ ਸਬਡਿਊਡ ਉਹ ਜਿਹੜੀ ਅਪੀਅਰੈਂਸ ਸੀ। ਮਤਲਬ ਜੇ ਯੂ ਆਰ ਐਕਟਿਵ ਪੋਲੀਟੀਸ਼ੀਅਨ, ਇਟ ਡਜ਼ ਨਾਟ ਮੀਨ ਜੇ ਤੁਹਾਡੇ ਕੋਲ ਮੰਤਰੀ ਦਾ ਅਹੁਦਾ ਹੈਗਾ ਤਦੇ ਤੁਸੀਂ ਕਰੋਗੇ। ਮਤਲਬ ਹੀ ਵਾਜ਼ ਸਟਿਲ MLA। ਉਹ ਹਿਊਮੈਨਿਟੇਰੀਅਨ ਗਰਾਊਂਡ ਤੇ ਉਦੋਂ ਜਿਹੜਾ ਪਬਲਿਕ ਰਿਪਰੈਜ਼ੈਂਟੇਟਿਵ ਜਿਹੜੇ ਚੁਣੇ ਹੋਏ, ਉਹਨਾਂ ਦੀ ਬੜੀ ਲੋੜ ਹੁੰਦੀ ਹੈਗੀ। ਉਦੋਂ 2-4 ਵਾਰੀ ਉਹਨਾਂ ਨੇ ਨਿਕਲੇ ਹੈਗੇ ਆ, ਉਹ ਵੀ ਜਿੰਨਾ ਰਾਸ਼ਨ ਪਾਣੀ ਵੰਡਿਆ। ਫਿਰ ਆ ਜਿਹੜਾ ਕਿਸਾਨਾਂ ਦੇ ਸਟਰਗਲ 'ਚ ਵੀ ਇੱਕ ਵਾਰੀ ਉਹ ਦੂਸਰਾ ਚਾਦਰ ਪਾ ਕੇ ਚਲ ਗਏ, ਕਿਸਾਨਾਂ ਨੂੰ ਕਰ ਲਿਆ। ਡੂ ਯੂ ਥਿੰਕ ਇਹ ਜਿਹੜਾ ਇਲੈਕਟਡ ਰਿਪਰੈਜ਼ੈਂਟੇਟਿਵ ਲਈ ਇੰਨੀ ਕੁ ਅਪੀਅਰੈਂਸ ਸਫੀਸ਼ੀਐਂਟ ਹੈਗੀ ਆ? ਸਿੱਧੂ ਸਾਹਿਬ ਉਹ ਲੀਡਰ ਹੈ ਜਿਹੜੇ ਸੈਲੀਬ੍ਰਿਟੀ ਦੇ ਵੇਵ ਤੇ ਰਾਈਡ ਕਰਕੇ ਜਿੱਤੇ ਹੈ। ਸਿੱਧੂ ਸਾਹਿਬ ਗ੍ਰਾਸ ਰੂਟ ਲੈਵਲ ਤੇ ਕਦੇ ਵੀ ਪੋਲੀਟੀਕਲ ਵਰਕਰ ਨਹੀਂ ਰਹੇ। ਸਿੱਧੂ ਸਾਹਿਬ ਪਸੀਨਾ ਨਹੀਂ ਬਹਾ ਸਕਦੇ, ਆਪਣੇ ਸਰੀਰ ਦੇ ਨਾਲ ਕਸ਼ਟ ਨਹੀਂ ਸਹਿ ਸਕਦੇ। ਸਿੱਧੂ ਸਾਹਿਬ ਸਿਰਫ ਸਟੇਜਾਂ ਤੇ ਚੜ੍ਹ ਕੇ ਭਾਸ਼ਣ ਦੇ ਸਕਦੇ ਹੈ। ਕਦੇ ਮਾਰਤਾ ਤਾੜਾ ਤੇ ਕਦੇ ਮਾਰਤੀ ਤਾੜੀ, ਇਸ ਕਿਸਮ ਦਾ ਮਾਹੌਲ ਸਿੱਧੂ ਸਾਹਿਬ ਕਰ ਸਕਦੇ ਆ। ਸਿੱਧੂ ਸਾਹਿਬ ਕਦੇ ਵੀ ਮਿਹਨਤ ਕਰਕੇ ਗ੍ਰਾਸ ਰੂਟ ਦੇ ਲੀਡਰ ਨਾ ਹੈ ਨਾ ਹੋ ਸਕਦੇ ਹੈ। ਸੋ ਐਕਸਪੈਕਟ ਕਰਨਾ ਇਹਨਾਂ ਤੋਂ ਇਹ ਵੀ ਗਲਤ ਹੈ। ਐਂਡ ਜੇ ਤੁਸੀਂ ਕਹੋ ਸਿੱਧੂ ਸਾਹਿਬ ਕਿਤੇ ਪੈਰਲਲ ਲੀਡਰਸ਼ਿਪ ਐਸਟੈਬਲਿਸ਼ ਕਾਂਗਰਸ 'ਚ ਕਰ ਲੈਣਗੇ, ਉਹ ਵੀ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੀ ਜਿਹੜੀ ਹਿਊਮਨ ਰਿਸੋਰਸਿਸ ਹੈ ਉਹ ਬਹੁਤ ਵੀਕ ਹੈ। ਇਹ ਬੜੇ ਸੈਲਫ ਸੈਂਟਰਡ ਹੈ, ਆਪਣੇ ਤੱਕ ਤਾਲੁਕ ਰੱਖਦੇ ਆ, ਕਦੇ ਵੀ ਕਿਸੇ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲ ਸਕਦੇ। ਇਹ ਇਹਨਾਂ ਦਾ ਪੁਰਾਣਾ ਸੁਭਾਅ ਹੈ। ਤੇ ਮੈਂ ਨਹੀਂ ਸਮਝਦਾ ਕਿ ਸਿੱਧੂ ਸਾਹਿਬ ਕਿਤੇ ਬਹੁਤ ਵੱਡੀ ਪੋਲੀਟੀਕਲ ਇੰਪੈਕਟ ਆਪਣੇ ਆਪ ਬਣਾ ਕੇ ਲੋਕਾਂ ਨੂੰ ਨਾਲ ਤੋੜ ਕੇ ਕਰ ਸਕਦੇ ਆ। ਹਾਂ, ਬਹੁਤ ਬੜੀ ਨਾਮ ਹੈ ਇਹਨਾਂ ਦਾ, ਸਟੇਜਾਂ ਤੋਂ ਬੁਲਾਓ, ਇਹ ਭਾਸ਼ਣ ਅੱਛੇ ਦੇ ਦਿੰਦੇ ਆ, ਵੋਕੈਬਲਰੀ ਅੱਛੀ ਹੈ, ਈਡੀਅਮਸ ਅੱਛੇ ਲਾ ਦਿੰਦੇ ਆ, ਸਿਮਰੀਜ਼ ਅੱਛੀਆਂ ਲਾ ਦਿੰਦੇ ਆ। ਉਹ ਕਿਤਾਬ ਰੱਖੀ ਹੋਈ ਇਹਨਾਂ ਨੇ ਕਿੱਡੀ ਮੋਟੀ, ਉਹਦੇ ਤੋਂ ਜਾਣ ਤੋਂ ਪਹਿਲਾਂ ਸਾਰਾ ਪੜ੍ਹ ਲੈਂਦੇ, ਉਹ ਪੜ੍ਹ ਕੇ ਉਹਦੇ ਚੋਂ ਕੱਢ ਕੇ ਉਦਾਹਰਨਾਂ ਲਾਉਂਦੇ। ਕਾਲੇ ਰੰਗ ਦੀ ਕਿਤਾਬ ਹੈ, ਮੈਂ ਵੀ ਦੇਖਿਆ ਇਹਨਾਂ ਨੂੰ ਇਲੈਕਸ਼ਨ ਦੇ ਭਾਸ਼ਣ ਤਿਆਰ ਕਰਦੇ ਉਹਨੂੰ। ਹੀ ਇਜ਼ ਅ ਗੁੱਡ ਸਪੀਕਰ, ਗੁੱਡ ਓਰੇਟਰ, ਇਹਦੇ ਡਾਊਟ ਨਹੀਂ। ਤੁਸੀਂ ਵੀ ਕੋਈ ਰੱਖੀ ਇਦਾਂ ਦੀ ਕਿਤਾਬ ਕਿ ਨਹੀਂ? ਕਿੱਥੇ ਸਮਾਂ ਮਿਲਦਾ ਜੀ, ਇਸ ਤਾਂ ਵਕਾਲਤ ਦੀਆਂ ਕਿਤਾਬਾਂ ਚੋਂ ਨਹੀਂ ਸਮਾਂ ਮਿਲਦਾ। ਦੇਖੋ, ਇਹ ਓਪਰੇ ਭਾਸ਼ਣ ਹੈ, ਗਰਾਊਂਡ ਰਿਐਲਿਟੀ ਤੇ ਲੋਕਾਂ ਨਾਲ ਕਨੈਕਟ ਕਰਕੇ ਭਾਸ਼ਣ ਦੇਣੇ ਉਹ ਅਲੱਗ ਹੈ। ਹੁਣ ਐਂਟਰਟੇਨ ਤਾਂ ਜਿਹੜੇ ਆ ਨਾ, ਦੇਖੋ ਐਂਟਰਟੇਨ ਤਾਂ ਜੈਸਟਰ ਵੀ ਕਰਦਾ ਹੈ, ਐਂਟਰਟੇਨ ਕਮੇਡੀਅਨ ਵੀ ਕਰਦਾ ਹੈ, ਐਂਟਰਟੇਨ ਮਰਾਸੀ ਵੀ ਕਰਦੇ ਆ, ਦੇ ਆਰ ਐਂਟਰਟੇਨਰਸ। ਸੋ ਹੁਣ ਤੁਸੀਂ ਮੈਡਮ ਇੰਦਰਾ ਗਾਂਧੀ ਬੋਲਦੇ ਸੀ, ਸ਼ੀ ਯੂਜ਼ਡ ਟੂ ਕਨੈਕਟ ਵਿਦ ਪੀਪਲ, ਜੋ ਮਰਜ਼ੀ ਕਹੋ ਉਹਨਾਂ ਦੀ ਕਨੈਕਸ਼ਨ ਸੀਗਾ। BP ਸਿੰਘ ਕੱਲਾ ਨਿਕਲਿਆ, UP ਦੀ ਕੋਈ ਸੜਕ ਨਹੀਂ ਛੱਡੀ ਉਹਨੇ ਜਿੱਥੇ ਉਹਨੇ ਜਾ ਕੇ ਪ੍ਰਚਾਰ ਨਹੀਂ ਕੀਤਾ। ਲੋਕ ਮਜੇ, ਦੈਟਸ ਵਾਈ ਹੀ ਬਿਕੇਮ ਪ੍ਰਾਈਮ ਮਿਨਿਸਟਰ। ਮਿਹਨਤ ਕੀਤੀ, ਸਵੈਟਡ ਇਟ ਆਊਟ। ਹਾਲੇ ਕਿ ਉਹਨਾਂ ਦਾ ਵੀ ਇਹ ਸੋਚਿਆ ਜਾਂਦਾ ਸੀ ਕਿ ਰਾਜੇ ਹੈ, ਸ਼ਾਇਦ ਉਹ ਐਵੇਂ ਸਵੈਟ ਕਰਨਗੇ, ਨਹੀਂ, ਉਹਨਾਂ ਨੇ ਧੂੜ ਫੱਕੀ ਸੀ।
ਉਹਨਾਂ ਦੀ ਆਪਣੀ ਜਿਹੜੀ ਵੀ ਉਹਨਾਂ ਨੂੰ ਕਨਸਟੀਟੈਂਸੀ ਦੇਣਗੇ ਉਹਦੇ ਵਿੱਚ ਜਾਂ ਇੱਕ ਪਾਰਟੀ ਦੇ ਕੰਪੇਨਰ ਵਿੱਚ ਕਿੰਨੀ ਕੁ ਜ਼ਿਆਦਾ ਉਹਨਾਂ ਦੀ ਲੱਗਦਾ ਹੈਗਾ ਭੂਮਿਕਾ? ਲੈਟਸ ਅਸਿਊਮ ਸਿੱਧੂ ਸਾਹਿਬ ਨੂੰ ਹੁਣੀ ਮੰਤਰੀ ਬਣਾ ਦਿੰਦੇ ਆ, ਇਹਨਾਂ ਦੇ ਮਰਜ਼ੀ ਦਾ ਪੋਰਟਫੋਲੀਓ ਦੇ ਦਿੰਦੇ ਆ, ਇਹ ਸਹੁੰ ਚੁੱਕ ਕੇ ਇਹ ਕਲਕੱਤੇ ਚਲੇ ਜਾਣਗੇ, ਮਹੀਨਾ ਉੱਥੇ ਲਾਣਗੇ। ਇਹ ਕਰਨਗੇ ਕੀ? ਸਿੱਧੂ ਸਾਹਿਬ ਨੇ ਪਹਿਲਾਂ ਰਹੇ ਆ ਮੰਤਰੀ ਕਾਫੀ ਦੇਰ, ਇਹ ਦੱਸਣ ਕਿ ਇਹਨਾਂ ਨੇ ਕੀ ਇੰਪੈਕਟ ਲੈ ਕੇ ਆਏ ਆ, ਕੀ ਚੇਂਜ ਲੈ ਕੇ ਆਏ ਆ, ਕੀ ਸੁਧਾਰ ਲੈ ਕੇ ਆਏ ਲੋਕਲ ਬੋਡੀਜ਼ ਡਿਪਾਰਟਮੈਂਟ ਦੇ ਵਿੱਚ। ਰਾਦਰ ਇਹਨਾਂ ਦੇ ਜਾਣ ਦੇ ਬਾਅਦ ਕੈਪਟਨ ਸਾਹਿਬ ਨੇ ਵਿਜੀਲੈਂਸ ਦੀਆਂ ਇਨਕੁਆਇਰੀਆਂ ਕਰਾ ਕੇ ਇਹਨਾਂ ਦੇ ਅਗੇਂਸਟ ਐਕਟਸ ਆਫ ਓਮਿਸ਼ਨ ਐਂਡ ਕਮਿਸ਼ਨ ਇੰਨੇ ਕੱਢੇ। ਹਾਂਜੀ, ਜਿਹੜੇ ਹਾਈ ਕਮਾਂਡ ਨੂੰ ਦੇ ਕੇ ਆਏ ਆ। ਇਹ ਮੈਂ ਬਾਵਜੂਦ ਕਿ ਮੈਂ ਡਿਫਰੈਂਟ ਪਾਰਟੀ 'ਚ, ਮੈਂ ਸਿੱਧੂ ਸਾਹਿਬ ਬੇਈਮਾਨ ਹੋ ਸਕਦੇ ਨੇ, ਬਟ ਇੱਕ ਚੀਜ਼ ਸਰਟਨ ਹੈ ਕਿ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਬਹੁਤ ਵੀਕ ਰਹੀ ਹੈ, ਇਹਨਾਂ ਦਾ ਗ੍ਰਿਪ ਹੀ ਨਹੀਂ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਦੇ ਮਹਿਕਮੇ 'ਚ ਕੀ ਹੋ ਰਿਹਾ। ਇੱਕ ਪੁਆਇੰਟ ਜਿਹੜਾ ਲੋਕੀ ਕਰਦੇ ਆ ਉਹ ਫੈਕਟ ਵੀ ਹੈਗਾ, ਇਹ ਹੀ ਦੇ ਓਨੈਸਟ ਪੋਲੀਟੀਸ਼ੀਅਨ, ਮਤਲਬ ਇਹ ਵੀ, ਪਰ ਅੱਜ ਕੱਲ ਓਨੈਸਟ ਹੋਵੇ ਜਾਂ ਕਰਪਟ ਹੋਵੇ ਇਹਦੀ ਲੋਕਾਂ 'ਚ ਬਹੁਤੀ ਵੈਲਿਊ ਵੀ ਨਹੀਂ ਹੈਗੀ। ਇਹਦੇ ਬਾਰੇ ਕੀ ਵਿਚਾਰ? ਹੀ ਇਜ਼ ਓਨੈਸਟ, ਨੋ ਡਾਊਟ ਅਬਾਊਟ ਇਟ, ਬਟ ਇਹਨਾਂ ਦੇ ਟਾਈਮ ਦੇ ਵਿੱਚ ਬੇਈਮਾਨੀ ਰੱਜ ਕੇ ਹੋਈ। ਸਵਾਲ ਉਹ ਹੈ, ਇੱਕ ਆਪ ਨਹੀਂ ਖਾਂਦਾ ਪਰ ਉਹਦੇ ਮਹਿਕਮੇ ਦੇ ਵਿੱਚ ਤੁਹਾਡਾ ਕੰਟਰੋਲ ਹੀ ਨਹੀਂ ਹੈ, ਕਰਪਸ਼ਨ ਦੱਬ ਕੇ ਹੋਈ। ਸਿੱਧੂ ਸਾਹਿਬ ਦੀ ਵੇ ਆਫ ਵਰਕਿੰਗ ਨੂੰ ਲੈ ਕੇ ਲੋਕੀ ਐਕਸਪਲੋਇਟ ਕਰ ਗਏ। ਸਿੱਧੂ ਸਾਹਿਬ ਦੇ ਇਰਦ ਗਿਰਦ ਜਿਹੜੇ ਬੰਦੇ ਸੀ ਉਹ ਵੀ ਇਮਾਨਦਾਰ ਸੀ, ਇਹਨਾਂ ਦੇ ਜਿਹੜੇ ਇਹਨਾਂ ਨੇ ਆਪਣੇ ਪੀਏਸ ਲਾਏ, ਦੂਜੇ ਲਾਏ, ਉਹ ਵੀ ਟੋਟਲੀ ਓਨੈਸਟ ਸੀ, ਬਟ ਨੋਵਾਈਸ ਸੀ, ਪੋਲੀਟੀਕਲ ਐਕਸਪੀਰੀਅੰਸ ਨਹੀਂ ਸੀ। ਇਹ ਜਿਹੜੇ ਲੋਕ ਪੋਲੀਟੀਕਲ ਸਰਕਲਸ 'ਚ ਫਿਰਦੇ ਆ, ਦੇ ਆਰ ਵੈਰੀ ਸਮਾਰਟ ਗਾਇਜ਼, ਦੇ ਆਰ ਸਟਰੀਟ ਸਮਾਰਟ। ਉਹ ਇਹੋ ਜਿਹੇ ਬੰਦਿਆਂ ਨੂੰ ਮੂਰਖ ਬਣਾ ਕੇ ਕੰਮ ਕਢਾ ਲੈਂਦੇ ਆ। ਸੋ ਇਹਨਾਂ ਦੇ ਕੰਮ ਕਢਾਏ ਗਏ ਇਹਨਾਂ ਦੇ ਸਮੇਂ ਦੇ ਵਿੱਚ। ਚਲੋ ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਜੀ ਬਾਰੇ ਡਿਸਕਸ ਕਰ ਲਈਏ। ਦੇਖ ਲਓ ਆਖਰੀ ਸਾਲ ਹੈ, ਇਹਨਾਂ ਨੇ ਹੁਣ ਜਿਹੜਾ ਬਜਟ ਵੀ ਜਿਹੜਾ ਹੈਗਾ ਥੋੜਾ ਜਿਹਾ ਪੋਪੂਲਸ ਦਿੱਤਾ ਹੈਗਾ, ਤੇ ਪ੍ਰਸ਼ਾਂਤ ਕਿਸ਼ੋਰ ਵੀ ਕੀਤਾ ਸੀ, ਪਿਛਲੀ ਵਾਰੀ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ। ਫਿਰ ਵੀ ਇੱਕ ਰਨਿੰਗ ਰੈਫਰੈਂਸ 'ਚ ਸਵਾਲ ਹੈਗਾ, ਕੀ ਲੱਗਦਾ ਹੈਗਾ ਇਹਨਾਂ ਦੀ ਐਂਟੀ ਇਨਕੰਬੈਂਸੀ ਵੀ ਹੈਗੀ ਆ, ਸਕੈਮਸ ਵੀ ਹੈਗੇ ਆ, ਮਾਫੀਆ ਵੀ ਚੱਲ ਰਿਹਾ ਹੈਗਾ, ਤੁਹਾਨੂੰ ਪਤਾ ਹੈਗਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿੱਥੇ ਗਈਆਂ ਆਵਾਜ਼ ਜਿਹੜੇ ਕਾਂਗਰਸ ਦੇ ਸਾਰੇ ਐਮਐਲਏ ਇਕੱਠੇ ਹੋ ਕੇ ਨਸ਼ਿਆਂ ਦੇ ਖਿਲਾਫ ਰੌਲਾ ਪਾਉਂਦੇ, ਅੱਜ ਕਿੱਥੇ ਹੈ? ਉਹ ਐਮਐਲਏ ਜਿਹੜੇ ਅੱਜ ਮੰਤਰੀ ਬਣੇ ਬੈਠੇ ਆ, ਉਹ ਚੁੱਪ ਕਿਉਂ ਹੈ? ਦੱਬ ਕੇ ਨਸ਼ਾ ਪੰਜਾਬ 'ਚ ਵਿਕ ਰਿਹਾ ਹੈ, ਉਹਦਾ ਕੰਟਰੋਲ ਕਿਉਂ ਨਹੀਂ ਹੈ? ਇਹ ਸਵਾਲ ਕੀ ਸੋਚਦੇ ਲੋਕੀ? ਪੁੱਛਣਗੇ ਨਹੀਂ, ਲੋਕੀ ਭੁੱਲ ਗਏ ਇਸ ਗੱਲਾਂ ਇਹ। ਲੋਕੀ ਪੁੱਛਣਗੇ ਕਿ ਪੈਂਡੈਮਿਕ ਦੇ ਵਿੱਚ ਰੱਜ ਕੇ ਸ਼ਰਾਬ ਤੁਸੀਂ ਵੇਚਦੇ ਰਹੇ, ਜਾਲੀ ਸ਼ਰਾਬ, 600-700 ਕਰੋੜ ਦਾ ਚੂਨਾ ਲਾਇਆ ਤੁਸੀਂ ਪੰਜਾਬ ਨੂੰ, ਇਹ ਲੋਕੀ ਸਵਾਲ ਕਰਨਗੇ। ਤੁਸੀਂ ਲਾਰੇ ਲਾਏ ਪ੍ਰਸ਼ਾਂਤ ਕਿਸ਼ੋਰ ਜੀ ਦੇ ਲਾਰਿਆਂ ਨੂੰ ਨਾ ਕੰਧਾਂ ਤੇ ਟੰਗ ਟੰਗ ਕੇ ਲੋਕੀ ਦਿਖਾਣਗੇ, ਘਰ ਘਰ ਨੌਕਰੀ, ਘਰ ਘਰ ਨੌਕਰੀ। ਇਹ ਸਟ੍ਰੈਟਜੀ ਮੈਨੂੰ ਲੱਗਦਾ ਉਦੋਂ ਤਾਂ ਚੱਲ ਗਈ ਸੀ, ਇਸ ਵਾਰੀ ਸੈਕੰਡ ਟਰਮ ਮਰਖਾ ਚੱਲਣੀ ਮੁਸ਼ਕਲ ਹੋਏਗੀ ਮੈਨੂੰ ਲੱਗਦਾ। ਉਹਦੇ ਇਲਾਵਾ ਗਵਰਨੈਂਸ ਬੜੀ ਪੂਅਰ ਦਿੱਤੀ ਹੈ ਕੈਪਟਨ ਅਮਰਿੰਦਰ ਦੀ। ਲੋਕੀ ਉਦੋਂ ਖਬਰਾਂ ਕੱਢ ਕੇ ਲਿਆਣਗੇ ਜਦ ਕਹਿੰਦੇ ਸੀ ਮੇਰੀ ਆਖਰੀ ਟਰਮ ਹੈ, ਕਿ ਹੁਣ ਸੱਤਾ ਲਾਲਚ ਕਿਵੇਂ ਆ ਗਈ। ਬੜੇ ਸਵਾਲ ਇੱਕ ਨਹੀਂ, ਸਵਾਲ ਅਨੇਕ ਖੜੇ ਹੋਣਗੇ। ਸਵਾਲ ਇਹਨਾਂ ਦੀ ਕਰਪਸ਼ਨ ਦੇ ਖੜੇ ਹੋਣਗੇ। ਇਹ ਹੁਣ ਸੋਚਦੇ ਆ ਕਿ ਇਹ ਉਹ ਇਸ਼ੂ ਹੈ ਜਿਹੜਾ ਬਹਿਬਲ ਕਲਾਂ ਵਾਲਾ, ਉਹਨੂੰ ਹੁਣ ਲਿਆ ਕੇ ਕੱਲ ਵਿਜੇ ਪ੍ਰਤਾਪ ਕੁਮਾਰ ਜੀ ਨੇ ਬੋਲਿਆ ਕਿ ਮੈਂ ਕੰਪਲੀਟ ਕਰ ਲਈ ਹੈ। ਇਹ ਤੁਸੀਂ ਜਿਹੜੇ ਪੋਲੀਟੀਕਲ ਐਂਡਸ ਦੇ ਨਾਲ ਸੋ ਕਾਲਡ ਇਨਕੁਆਰੀਆਂ ਕੀਤੀਆਂ, ਉਹਨੂੰ ਬਾਹਰ ਕੱਢ ਕੇ ਲਿਆ ਰਹੇ ਹੋ। ਇਹ ਇਲੈਕਸ਼ਨ ਵਿਨ ਕਰਾ ਦੇਣਗੀਆਂ ਤੁਹਾਨੂੰ। ਇਹਨੂੰ ਪੋਲੀਟੀਕਲ ਇਸ਼ੂ ਇਲੈਕਸ਼ਨ ਵਾਲੀ ਬਣਾਓਗੇ। ਇਹ ਦੇਖੋ, ਨੋ ਡਾਊਟ ਲੋਕਾਂ ਦੇ ਇਮੋਸ਼ਨਲ ਇਸ਼ੂਜ਼ ਹੈਗੇ ਇਹ, ਐਂਡ ਇਹਨੂੰ ਤੁਸੀਂ ਪੋਲੀਟੀਕਲ ਇਸ਼ੂ ਬਣਾਓਗੇ। ਲੋਕੀ ਇੱਥੇ ਮੂਰਖ ਨਹੀਂ ਹੈ, ਲੋਕੀ ਸਮਝਦੇ ਇਸ ਗੱਲ ਨੂੰ। ਮੈਂ ਇਹੋ ਹੀ ਟਾਡਾ ਸਾਹਿਬ ਸਵਾਲ ਪੁੱਛਣੇ ਵਾਲਾ ਸੀ, ਜੇ ਇਹੋ ਹੀ ਜਿਹੜਾ ਜਿਵੇਂ ਕੰਵਰ ਸਾਹਿਬ ਆ, ਕੰਵਰ ਵਿਜੇ ਪ੍ਰਤਾਪ ਜੀ, ਇਹੋ ਹੀ 2-2.5 ਸਾਲ ਪਹਿਲਾਂ ਕਰ ਲੈਂਦੇ, ਉਦੋਂ ਲੋਕੀ ਵੀ ਬੜੇ ਮਤਲਬ ਨਿਊਜ਼ ਸੁਣਨ ਲਈ ਉਤਾਵਲੇ ਸੀ, ਗਰਮਾ ਗਰਮ ਸੀਗੇ। ਹੁਣ ਇਹ ਮੰਨ ਲਓ ਸਹੀ ਵੀ ਹੋਵੇ, ਮੰਨ ਲਓ ਇੱਕ ਵਾਰੀ ਇਹ ਇਲੈਕਸ਼ਨ ਦਾ ਜੀ ਆ ਰਿਹਾ, ਤਾਂ ਉਹ ਜਿਹਨੂੰ ਸਹੀ ਵੀ ਫਸਾਉਣਗੇ ਉਹ ਕਹਿਣਗੇ ਜੀ ਜਾਣਬੁੱਝ ਕੇ ਫਸਾਇਆ। ਉਹਦੇ ਨਾਲ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਤੁਸੀਂ ਚਲਾਨ ਬਣਾ ਕੇ ਕੋਰਟਾਂ 'ਚ ਸੁੱਟ ਦਿਓ। ਤੁਸੀਂ ਕੀ ਸੋਚਦੇ ਹੋ ਕਿਸੇ ਦੀ ਕਨਵਿਕਸ਼ਨ ਹੋ ਜਾਊਗੀ ਕਾਲ ਡਿਟੇਲਸ ਦੇ ਬੇਸਿਸ ਤੇ? ਕਿ ਜੀ ਇਹਨਾਂ ਦੀਆਂ ਦਿਹਾੜੀ 'ਚ 20 ਕਾਲ ਡਿਟੇਲਸ ਗਈਆਂ, ਇਹ 20 ਕਾਲ ਡਿਟੇਲ ਨਾਲ ਇਹ ਪੁਲਿਸ ਵਾਲੇ ਸਾਰੇ ਦੋਸ਼ੀ ਹੋ ਗਏ। ਤੁਸੀਂ ਕੀ ਸੋਚਦੇ ਹੋ ਇਹ ਇਹਨਾਂ ਦੀ ਕਨਵਿਕਸ਼ਨ ਹੋਊਗੀ ਕਿਸੇ ਦੀ? ਹੁੰਦੀ ਹੈ ਜੇ ਉਹਦੇ ਵਿੱਚ ਹੈ ਨਹੀਂ ਵੀ ਕੀ ਆ ਕੀ ਨਹੀਂ, ਉਹ ਤਾਂ ਮੇਰੇ ਖਿਆਲ ਕੋਈ ਇਦਾਂ ਦਾ ਲੀਗਲੀ ਓਫੈਂਸ ਨਹੀਂ ਹੈਗਾ ਨਾ ਮੇਰੇ ਖਿਆਲ।
ਇਹ ਬੜਾ ਕਲੀਅਰ ਹੈ ਕਿ ਇਸ ਇਸ਼ੂ ਨੂੰ ਪੋਲੀਟੀਕਲ ਬੈਨੀਫਿਟਸ ਲਈ ਯੂਜ਼ ਕੀਤਾ, ਰਬ ਕੀਤਾ, ਡਰੈਗ ਕੀਤਾ, ਲੋਕਾਂ ਦੇ ਇਮੋਸ਼ਨਸ ਦੇ ਨਾਲ ਖਿਲਵਾੜ ਕੀਤਾ। ਐਂਡ ਹਾਂਜੀ। ਲੋਕੀ ਇਹ ਵੀ ਪੁੱਛਣਗੇ ਕਿ ਇਹ ਕਿਸ ਹੱਦ ਤੱਕ ਫੇਅਰ ਹੈ ਕਿ ਤੁਸੀਂ ਰਿਲੀਜੀਅਸ ਬੁੱਕ ਨੂੰ, ਰਿਲੀਜੀਅਸ ਐਪਿਕ ਨੂੰ, ਲਾਈਕ ਗੁਟਕਾ ਸਾਹਿਬ, ਉਹਨਾਂ ਨੂੰ ਤੁਸੀਂ, ਲੋਕਾਂ ਦੀ ਆਸਥਾ ਜੁੜੀ ਹੈ, ਉਹਦੀ ਕਸਮ ਖਾ ਕੇ ਤੁਸੀਂ ਕਰ ਨਾ ਸਕੋ ਕੁਝ, ਵੇਅਰ ਯੂ ਹੈਵ ਲੈਂਡਡ ਯੋਰਸੈਲਫ। ਇਹ ਕਰਨਾ ਹੀ ਨਹੀਂ ਚਾਹੀਦਾ ਸੀ, ਕਸਮ ਖਾਣੀ ਨਹੀਂ ਚਾਹੀਦੀ ਫਸਟ ਆਫ ਆਲ। ਨਹੀਂ ਖਾਂਦੇ, ਉਦਾਂ ਕਹਿ ਦਿੰਦੇ ਮੈਂ ਪੰਜਾਬ ਦੇ ਲੋਕਾਂ ਨੂੰ ਇੰਸ਼ੋਰੈਂਸ ਦਿੰਦਾ ਆ, ਮੈਂ ਤੁਹਾਡੀ ਕਰਕੇ ਦਿਖਾਵਾਂਗਾ। ਠੀਕ, ਪੰਜਾਬ ਦੇ ਲੋਕਾਂ ਨੂੰ ਮੈਂ ਇੰਸ਼ੋਰੈਂਸ ਦਿੰਦਾ, ਉਹ ਇਦਾਂ ਦੀ ਇੰਸ਼ੋਰੈਂਸ ਤੋਂ ਤਾਂ ਪੋਲੀਟੀਸ਼ੀਅਨ ਮੁੱਕਰ ਜਾਂਦੇ ਹੀ ਹੈਗੇ ਵੈਸੇ। हाँ हाँ, but this all was planned by Prashant Kishore to befool people like this। ਹਾਂਜੀ ਹਾਂਜੀ, ਇਹ ਦੇਖੋ, ਇਹ ਲੋਕੀ ਸਮਝਣ ਲੱਗ ਗਏ। ਉਸ ਟਾਈਮ ਤਾਂ ਲੋਕੀ ਕੈਰੀਡ ਹੋ ਗਏ, ਉਹ ਫਾਰਮ ਭਰਨੇ ਸ਼ੁਰੂ ਕਰਤੇ ਕਿ ਜਿਹਨੇ ਟੈਲੀਫੋਨ ਲੈਣਾ ਫਾਰਮ ਭਰ ਲਓ। ਕਿੰਨੇ ਫਾਰਮ ਭਰੇ ਇਹਨਾਂ ਨੇ ਯੂਥ ਤੇ ਕਿ ਤੈਨੂੰ ਟੈਲੀਫੋਨ ਮਿਲਣਾ। ਹੁਣ ਤਾਂ ਇਹ ਸੀ ਕਿ ਕੈਪਟਨ ਨੇ ਸਹੁੰ ਚੁੱਕਣੀ ਹੈ ਤੇ ਨਾਲ ਘਰ ਪਾਰਸਲ ਆ ਜਾਣਾ ਟੈਲੀਫੋਨ ਦਾ। ਨੌਕਰੀਆਂ ਦੇ ਫਾਰਮ ਭਰੇ ਇਹਨਾਂ ਨੇ, ਪ੍ਰਸ਼ਾਂਤ ਕਿਸ਼ੋਰ ਜੀ ਨੇ ਭਰਾਏ। ਪ੍ਰਸ਼ਾਂਤ ਕਿਸ਼ੋਰ ਦਿੱਤੇ ਹੈਗੇ ਆ ਟੈਲੀਫੋਨ, ਉਹਦੀ ਕੀ ਵੈਲਿਊ ਹੈਗੀ ਆ ਨਾ, ਉਹ ਤਾਂ ਇੱਕ ਅਨਾਰ 100 ਬਿਮਾਰ। ਨੋ, ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਫਾਰਮ ਭਰਾਏ ਸੀ ਉਹ ਕਿੱਥੇ ਆ? ਕਿਹੜੇ ਪੜੂਏ ਕੋਲੋਂ ਦੇਵੇ ਪ੍ਰਸ਼ਾਂਤ ਕਿਸ਼ੋਰ? ਹਾਂਜੀ ਹਾਂਜੀ, ਦੇਖੋ ਕੈਂਪ ਲਾ ਕੇ ਇਹਨਾਂ ਨੇ ਫਾਰਮ ਭਰਵਾਏ ਸੀ। ਵੇਅਰ ਆਰ ਦੋਸ ਫਾਰਮਸ? ਕਿੱਥੇ ਉਹਨਾਂ ਦੀ ਗਿਣਤੀ? ਹਾਂਜੀ ਹਾਂਜੀ, ਫਾਰਮਸ ਨੂੰ ਕੱਢੋ ਬਾਹਰ। ਪਹਿਲਾਂ ਤਾਂ ਫਾਰਮਸ ਦੀ ਗੱਲ ਕਰੀਏ, ਹੁਣ ਅਗਲੇ ਫਾਰਮ ਭਰਾਉਣ ਲੱਗ ਜਾਊਗਾ। ਇੱਕ ਹੋਰ ਪੁਆਇੰਟ ਬੜਾ ਰੈਲੇਵੈਂਟ ਆ ਪੰਜਾਬ ਇਕਨੋਮੀ ਤੇ। ਕੈਪਟਨ ਸਾਹਿਬ ਨੇ, ਜਿੰਨਾ ਕਿ ਮੈਨੂੰ ਯਾਦ ਆ, ਉਦੋਂ ਇਹਨਾਂ ਨੇ ਬੜੇ ਕੈਟੇਗਰੀਲੀ ਕਿਹਾ ਸੀ ਵੀ ਇਹ ਜਿਹੜੇ ਕਿਸਾਨਾਂ ਦੇ ਕਰਜ਼ੇ ਆ, ਉਹਨਾਂ ਨੇ ਇਹ ਵੀ ਲਫ਼ਜ਼ ਯੂਜ਼ ਕੀਤਾ ਸੀ ਵੀ ਇਹ ਦੇਣੇ ਦੀ ਲੋੜ ਨਹੀਂ, ਅਸੀਂ ਸਾਰੇ ਮਾਫ ਕਰਾਂਗੇ। ਤੇ ਉਹ ਮਾਫ ਪਤਾ ਨਹੀਂ ਕਿੰਨਿਆਂ ਦੇ ਹੋਏ, ਕਿੰਨਿਆਂ ਦੇ ਨਹੀਂ, ਇਹ ਤਾਂ ਹੁਣ ਰੱਬ ਹੀ ਜਾਣੇ ਹੈਗੇ ਆ। ਕਿਉਂਕਿ ਮੈਨੂੰ ਪਤਾ ਲੱਗਾ ਬਹੁਤ ਸਾਰੇ ਲੋਕਾਂ ਦੇ ਉਦਾਂ ਹੀ ਪਏ ਹੈਗੇ ਆ। ਇਸ ਇਸ਼ੂ ਤੇ ਕਿੱਥੇ ਖੜੇਗੀ ਸਰਕਾਰ? ਸਰ, ਉਹਦਾ ਕ੍ਰਾਈਟੇਰੀਆ ਇਹ ਬਣਾਇਆ, ਬਹੁਤ ਥੋੜੇ ਜਿਹੇ ਬੰਦੇ ਉਹਦੇ ਚ ਆਏ ਆ, ਬਾਕੀ ਸਾਰੇ ਐਕਸਕਲੂਡ ਹੋ ਗਏ। ਪਲੱਸ ਤੁਸੀਂ ਮੈਨੂੰ ਇੱਕ ਦੱਸੋ, ਇਹ ਫਾਰਮੂਲਾ ਵੀ ਫਾਰਮ ਲੋਨਸ ਵਾਲਾ, ਹਾਊ ਫਾਰ ਇਟਸ ਫੇਅਰ? ਇੱਕ ਫਾਰਮਰ ਲੋਨ ਲੈਂਦਾ, ਲੋਨ ਲੈ ਕੇ ਮੋੜ ਦਿੰਦਾ, ਦੂਜਾ ਫਾਰਮਰ ਲੋਨ ਲੈਂਦਾ ਤੇ ਨਹੀਂ ਮੋੜਦਾ। ਤੁਸੀਂ ਦੱਸੋ, ਜਿਹਨੇ ਮੋੜਤਾ ਉਹਦਾ ਕੀ ਕਸੂਰ ਹੈ? ਉਹਦਾ ਕੀ ਕਸੂਰ ਹੈ? ਯੂ ਸ਼ੁੱਡ ਬੀ ਫੇਅਰ। ਦੇਖੋ, ਫਾਰਮ ਕ੍ਰਾਈਸਿਸ ਲਈ ਤੁਹਾਨੂੰ ਫਾਰਮਰਸ ਨੂੰ ਸਾਰਿਆਂ ਨੂੰ ਸਬਸਿਡੀ ਦੇ ਸਕਦੇ ਹੋ ਤਾਂ ਗਿਵ ਇਟ ਟੂ them। ਇਹ ਕਹਿ ਦੇਣਾ ਕਿ ਤੁਸੀਂ, ਜਿਹੜਾ ਇੱਕ ਫਾਰਮਰ ਹੈ ਉਹ ਲੋਨ ਲੈਂਦਾ ਹੀ ਨਹੀਂ, ਉਹ ਆਪਣੇ ਗੁਜ਼ਾਰੇ ਚ ਕਰਦਾ। ਇੱਕ ਫਾਰਮਰ ਹੈ ਉਹ ਲੋਨ ਫਾਰਮ ਦਾ ਲੈਂਦਾ, ਨਾਲ ਅੱਗੇ ਕਾਰਾਂ ਦੇ ਦਿੰਦੇ ਆ ਵਿਆਹ ਚ ਆਪਣੇ ਬੱਚਿਆਂ ਨੂੰ ਲੋਨ ਦੇ ਵਿੱਚੋਂ, ਉਹ ਲੋਨ ਖੜਾ ਦਾ ਖੜਾ। ਤੁਸੀਂ ਦੱਸੋ ਹਾਊ ਫਾਰ ਇਟ ਵਿਲ ਬੀ ਫੇਅਰ ਕਿ ਸਿਲੈਕਟਡ ਬੰਦੇ ਬੈਨੀਫਿਟ ਲੈ ਜਾਣ ਤੇ ਬਾਕੀ ਰਹਿ ਜਾਣ? ਇਹ ਠੀਕ ਹੈ, ਲਾਰਾ ਲਾਇਆ ਸੀ, ਲੋਕੀ ਬੜੇ ਖੁਸ਼ ਹੋ ਗਏ। ਲੋਕਾਂ ਨੇ ਬੈਂਕਾਂ ਦੇ ਪੈਸੇ ਮੋੜਨੇ ਬੰਦ ਕਰਤੇ, ਕੋਆਪਰੇਟਿਵ ਬੈਂਕਾਂ ਦੇ ਬੰਦ ਕਰਤੇ, ਐਂਡ ਅਲਟੀਮੇਟਲੀ ਵਿਚਾਰਿਆਂ ਤੇ ਇੰਨੇ ਵਿਆਜ ਵੱਧ ਕੇ ਬੁਰਾ ਹਾਲ ਹੋ ਗਿਆ। ਕਈ ਸੁਸਾਈਡ ਕੀਤੇ ਆ ਇਸੇ ਭੁਲੇਖੇ ਚ ਕਿ ਸਾਡੇ ਪਤਾ ਨਹੀਂ ਮੌਫ ਹੋ ਜਾਣੇ ਆ। ਨਾਓ ਇਹਦੇ ਇਲਾਵਾ ਫਿਰ ਦੂਜਾ ਸੀ ਕਿ ਪੰਜਾਬ ਕ੍ਰਾਈਸਿਸ ਚ, ਇਕਨੋਮਿਕ ਕ੍ਰਾਈਸਿਸ ਹੈ, ਪੰਜਾਬ ਦਾ ਲੋਨ ਬਹੁਤ ਹੈ। ਇਹਨਾਂ ਨੂੰ ਦੱਸੋ, ਆ 25,000 ਕਰੋੜ ਆ ਇੱਕ ਸਾਲ ਚ ਚੜ੍ਹ ਦੇਣਾ, ਤੁਸੀਂ ਇਹਦਾ ਕੀ ਕਰੋਗੇ? ਤੁਸੀਂ ਓਵਰਡਰਾਫਟਿੰਗ ਲਈ ਹੈ ਪੈਂਡੈਮਿਕ ਕਰਕੇ, ਲਾਣਾ ਤਾਂ ਚਾਹੀਦਾ ਪੈਂਡੈਮਿਕ ਚ। ਤੁਸੀਂ ਉਹ ਪੈਸਾ ਜੇ ਡੋਲਸ ਤੇ ਲਾਓਗੇ, ਵੋਟਾਂ ਖਰੀਦਣ ਲਈ ਲਾਓਗੇ, ਹਾਊ ਫਾਰ ਇਟ ਇਜ਼ ਫੇਅਰ? ਤੁਸੀਂ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਤਾਂ ਕਲੀਅਰ ਹੋ ਗਿਆ, ਆਪ ਵੀ ਹਾਲਾਂ ਅਜੇ ਤੱਕ ਹਾਸ਼ੀਏ ਵਿੱਚ ਹੈਗੀ ਆ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਮੁਕਾਬਲਾ ਹੈਗਾ। ਪਿੱਛੇ ਜਿਹੜੀਆਂ ਤੁਹਾਡੀਆਂ ਰੈਲੀਆਂ, ਖਾਸ ਤੌਰ ਤੇ ਮੈਂ ਵੀਡੀਓ ਜਲਾਲਾਬਾਦ ਜੋ ਸੁਖਬੀਰ ਸਿੰਘ ਬਾਦਲ ਦਾ ਲਾਈਵ ਟੈਲੀਕਾਸਟ ਹੋਇਆ, ਜਾਂ ਇੱਥੇ ਖੇਮਕਰਨ ਬਲਟੋਹਾ ਵਾਲਾ ਜਿਹੜਾ ਫੰਕਸ਼ਨ ਸੀ, ਇਟ ਵਾਜ਼ ਵੈਰੀ ਵੈਲ ਅਟੈਂਡਡ। ਤੇ ਉਹ ਕੀ ਲੱਗਦਾ ਤੁਹਾਨੂੰ, ਅਕਾਲੀ ਦਲ ਬਾਦਲ ਕਿੰਨਾ ਕੁ ਵੱਡੀ ਇਹਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚੈਲੰਜ ਦੇ ਸਕਦਾ ਹੈ? Akali Dal will give a very big challenge, and Akali Dal will give a big dent to Congress in entire Majha and Doaba। ਹਾਂਜੀ, ਮਾਲਵਾ ਦੇ ਵਿੱਚ ਜਿੱਥੇ ਥੋੜੀ ਜੀ ਆਮ ਆਦਮੀ ਪਾਰਟੀ ਦੀ ਪ੍ਰੈਜ਼ੈਂਸ ਸੀਗੀ, ਦੇਖੋ 20 MLA ਜਿੱਤੇ ਸੀ, ਜਿਨ੍ਹਾਂ ਚੋਂ ਮੇਰਾ ਖਿਆਲ 19 ਇੱਧਰ ਲਿਆ, ਕੱਲਾ ਇੱਕੋ ਹੀ ਆ ਦੁਆਬੇ ਦਾ, ਗੜਸ਼ੰਕਰ ਵਾਲਾ। 19 ਦੇ ਵਿੱਚੋਂ ਇੱਕ ਅੱਧੇ ਨੂੰ ਛੱਡ ਕੇ ਕੋਈ ਐਸਾ MLA ਨਹੀਂ ਹੈ ਆਮ ਆਦਮੀ ਪਾਰਟੀ ਦਾ ਜਾਂ ਆਮ ਆਦਮੀ ਦੇ ਸਪਲਿੰਟਰ ਗਰੁੱਪ ਦਾ ਜਿਹੜਾ ਅੱਜ ਰੈਲੇਵੈਂਟ ਹੈ। ਰੈਲੇਵੈਂਟ ਹੀ ਨਹੀਂ ਹੈ। ਮੈਨੂੰ ਇਹ ਹੋ ਸਕਦਾ ਹੈ ਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ,
ਜ਼ਮਾਨਤਾਂ ਨਹੀਂ ਬਚਾ ਸਕੇ। ਆਪਣੇ ਇਲਾਕਿਆਂ 'ਚ ਡਿਵੈਲਪਮੈਂਟ ਵਗੈਰਾ ਨਹੀਂ ਕਰਾਈ, ਗਰਾਂਟਾਂ ਤਾਂ ਸਰਕਾਰ ਨੇ ਦਿੱਤੀਆਂ ਹੀ ਹੋਣੀਆਂ ਹੈਗੀਆਂ। ਉਹ ਸਰਕਾਰ ਆਪਣੇ ਹਲਕਾ ਇੰਚਾਰਜਾਂ ਤੋਂ ਕਰਾਂਦੀ, ਉਹ ਛੱਡੋ, ਲੋਕਾਂ ਨਾਲ ਕਨੈਕਟਡ ਹੀ ਨਹੀਂ ਰਹੇ। ਹਾਂ, ਕਨੈਕਟਡ ਹੁਣ ਨਹੀਂ। ਹਾਂ, ਹੁਣ ਦੇਖੋ, ਜਿਹੜਾ ਮੁੱਖ ਮੰਤਰੀ ਦਾ ਦਾਅਵੇਦਾਰ ਸੀ ਫੂਲਕਾ ਸਾਹਿਬ, ਉਹ ਆ ਕੇ ਹੀ ਨਹੀਂ ਬੜੇ ਹਲਕੇ 'ਚ, ਜਦ ਹਲਕੇ 'ਚ ਆ ਕੇ ਨਹੀਂ ਬੜੇ, ਹੀ ਹੈਡ ਟੂ ਰਿਜ਼ਾਈਨ। ਕੱਲੇ ਇੱਕ ਦਾ ਰਿਜ਼ਾਈਨ ਐਕਸੈਪਟ ਹੋਇਆ, ਹੋਰ ਕਿਸੇ ਦਾ ਤਾਂ ਰੈਜ਼ਿਗਨੇਸ਼ਨ ਨਹੀਂ ਐਕਸੈਪਟ ਹੋਇਆ। ਕਾਂਗਰਸ ਡਰਦੀ ਹੋਈ ਰਹਿ ਗਈ ਕਿ ਹੋ ਸਕਦਾ ਇਲੈਕਸ਼ਨ ਹੋਈ, ਅਸੀਂ ਜਿੱਤ ਨਹੀਂ ਸਕਦੇ ਮੁੜ ਕੇ। ਐਂਡ ਇਹਨਾਂ ਕੋਲ ਇਸ਼ੂ ਆਫ ਪਲੈਂਟੀ ਵੀ ਬਹੁਤ ਸੀ, ਪ੍ਰੋਬਲਮ ਆਫ ਪਲੈਂਟੀ, ਕਿ ਐਮਐਲਏ ਬਹੁਤ ਆ, ਹੋਰ ਐਮਐਲਏ ਵੀ ਕਿੱਥੋਂ ਸਾਹਮਣੇ ਸੀ। ਇਹ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਜਿੱਤਣ ਦੇ ਬਾਅਦ ਕਨੈਕਟਡ ਨਹੀਂ ਰਹੇ, ਪਾਰਟੀ ਕਨੈਕਟਡ ਨਹੀਂ ਰਹੀ, ਪਾਰਟੀ ਆਈਸੋਲੇਟਡ ਰਹੀ ਹੈ ਲੋਕਾਂ ਤੋਂ। ਹੁਣ ਉਹਨੂੰ ਕਿੱਦਾਂ ਰਿਵਾਈਵ ਕਰਨਗੇ? ਮੰਨ ਲਓ ਇਹ ਮਹੀਨੇ ਡੇਢ ਮਹੀਨੇ ਤਾਈਂ ਜਾਂ 10 ਦਿਨ 'ਚ ਜਾਂ ਜਦੋਂ ਵੀ ਇਹ 2-4 ਮਹੀਨੇ 'ਚ ਮੰਨ ਲਓ ਇਹ ਜਿਹੜਾ ਕਿਸਾਨ ਵਾਲਾ ਮਸਲਾ ਸੋਲਵ ਹੋ ਜਾਂਦਾ ਹੈਗਾ, ਉਹ ਫਿਰ ਜਿਹੜੇ ਕਿਸਾਨ ਆ ਬੀਜੇਪੀ ਨੂੰ ਹੁਣ ਇੰਨੀ ਆਫ ਲੇਟ ਦਾ ਕ੍ਰੈਡਿਟ ਦੇਣੋਂ ਰਹੇ ਹੈਗੇ ਆ, ਉਹ ਜਿਹੜੀ ਕਿਸਾਨਾਂ ਦਾ ਵੋਟ ਬੈਂਕ ਮੇਰੇ ਖਿਆਲ ਅਕਾਲੀਆਂ ਦੇ ਖਾਤੇ 'ਚ ਜ਼ਿਆਦਾ ਜਾਣੇ ਦੀ ਸੰਭਾਵਨਾ, ਕਿਉਂਕਿ ਜਿਹੜਾ ਅਗਰੈਰੀਅਨ ਇਕਨੋਮੀ ਆ ਬੇਸਿਕਲੀ ਉਹ ਹੈ ਤਾਂ ਪਿੰਡਾਂ ਵਾਲੇ ਲੋਕ ਆ, ਉਹ ਕਿੱਧਰ ਜਾਏਗਾ ਵੋਟ ਬੈਂਕ ਤੁਹਾਡੇ ਹਿਸਾਬ ਨਾਲ? ਦੇਖੋ, ਅਕਾਲੀ ਦਲ ਦਾ ਬੇਸ ਸਭ ਤੋਂ ਸਟਰੋਂਗ ਬੇਸ ਫਾਰਮਿੰਗ ਕਮਿਊਨਿਟੀ 'ਚ। ਹਾਂਜੀ, ਕੋਈ ਪਿੰਡ ਨਹੀਂ, ਹਾਂਜੀ, ਕੋਈ ਅਕਾਲੀ ਦਲ ਦਾ ਵਰਕਰ ਨਹੀਂ ਜਿਹੜਾ ਫਾਰਮ ਐਜੀਟੇਸ਼ਨ 'ਚ ਨਾ ਗਿਆ ਹੋਵੇ ਆਫਿਸ ਓਨ। ਹਾਂਜੀ, ਨਾਟ ਈਵਨ ਵਨ ਸਿੰਗਲ ਨਹੀਂ ਹੈ ਜਿਹੜਾ ਅਕਾਲੀ ਦਲ ਦਾ ਵਰਕਰ ਐਜੀਟੇਸ਼ਨ 'ਚ ਨਾ ਗਿਆ ਹੋਵੇ। ਐਂਡ ਉਹਨਾਂ ਦੀ ਜਿਹੜੀ ਕਨੈਕਸ਼ਨ ਹੈ ਵਿਦ ਅਕਾਲੀ ਦਲ, ਉਹ ਅੱਜ ਵੀ ਇੰਟੈਕਟ ਹੈ। ਜਿਹੜੀ ਫਾਰਮ ਐਜੀਟੇਸ਼ਨ ਹੈ, ਇਹ ਨਾਨ ਪੋਲੀਟੀਕਲ ਐਜੀਟੇਸ਼ਨ ਰਹੀ ਹੈ, ਐਂਡ ਉਹਨਾਂ ਦੇ ਲੀਡਰਸ ਨੇ ਇਹਨੂੰ ਪੋਲੀਟੀਕਲ ਰੰਗਤ ਨਹੀਂ ਦਿੱਤੀ, ਐਂਡ ਰਾਈਟਲੀ ਸੋ। ਦੇ ਹੈਵ ਦੇਅਰ ਰਾਈਟ ਕਿ ਆਪਣੇ ਢੰਗ ਨਾਲ ਐਜੀਟੇਸ਼ਨ ਨੂੰ ਲੀਡ ਕਰਨ। ਐਂਡ ਇਹਦੇ ਵਿੱਚ ਜੇ ਕਹੋ ਕਿ ਨੁਕਸਾਨ ਹੋਇਆ ਤਾਂ ਨੁਕਸਾਨ ਮੈਕਸਿਮਮ ਬੀਜੇਪੀ ਦਾ ਹੋਇਆ, ਤੇ ਬੀਜੇਪੀ ਦਾ ਪਹਿਲਾਂ ਵੀ ਫਾਰਮਰ ਕਮਿਊਨਿਟੀ ਦੇ ਵਿੱਚ ਪਕੜ ਬਹੁਤ ਵੀਕ ਸੀ। ਹਾਂਜੀ, ਨਾਓ ਉਹਨਾਂ 5 ਸੂਬਿਆਂ ਦੀਆਂ ਇਲੈਕਸ਼ਨਾਂ ਦੇ ਬਾਅਦ ਬੀਜੇਪੀ ਵਿਲ ਕੰਸਨਟਰੇਟ ਔਨ ਪੰਜਾਬ ਐਂਡ ਹਿਮਾਚਲ। ਇਹ ਸਟੇਟਸ ਆ ਜਾਣੀਆਂ ਜਿਨ੍ਹਾਂ ਤੇ ਇਹਨਾਂ ਨੇ ਕੰਸਨਟ੍ਰੇਸ਼ਨ ਸ਼ੁਰੂ ਕਰ ਦੇਣੀ। ਐਂਡ ਫਾਰਮ ਐਜੀਟੇਸ਼ਨ ਹੈ, ਜਿਹੜੀ ਫਾਰਮ ਐਜੀਟੇਸ਼ਨ 'ਚ ਇੱਕ ਨਵਾਂ ਮੋੜ ਆਇਆ। ਉਹ ਮੋੜ ਇਹ ਹੈ ਕਿ ਟਕੈਤ ਸਾਹਿਬ ਬਹੁਤ ਵੱਡੇ ਲੀਡਰ ਬਣ ਕੇ ਐਮਰਜ ਕੀਤੇ ਹਨ, ਨੋ ਡਾਊਟ। ਰਾਜੇਵਾਲ ਕਦ ਕਿਤੇ ਉੱਚਾ ਹੋ ਗਿਆ, ਇਹ ਤਾਂ ਫੈਕਟ ਆ। ਉੱਚਾ ਹੋਇਆ, ਬਟ ਐਟ ਦਾ ਸੇਮ ਟਾਈਮ ਰਾਜੇਵਾਲ ਸਾਹਿਬ ਦਾ ਵੀ ਕੱਦ ਬਹੁਤ ਬੜਾ ਹੋਇਆ। ਉਹ ਟਕੈਤ ਸਾਹਿਬ ਦੇ ਆਉਣ ਨਾਲ ਰਾਜੇਵਾਲ ਸਾਹਿਬ ਦੀ ਪੋਜੀਸ਼ਨ 'ਚ ਕੋਈ ਚੇਂਜ ਨਹੀਂ ਆਈ। ਰਾਜੇਵਾਲ ਸਾਹਿਬ ਹੈਜ਼ emerged as a highly sensible and intellectual person। ਬਿਲਕੁਲ ਠੀਕ ਹੈ। ਜਿਹੜੀ ਫਾਰਮ ਲੀਡਰਸ ਦੇ ਵਿੱਚ ਦੂਜੀ ਲੀਡਰਸ਼ਿਪ ਵੀ ਹੈ, ਜਿਵੇਂ ਦਰਸ਼ਨ ਪੌਲ ਵਰਗੇ ਵੀ ਹੈਗੇ, ਜੋਗਿੰਦਰ ਯਾਦਵ ਵੀ ਹੈਗੇ, ਉਹ ਵੀ ਬੜੇ ਇੰਟੈਲੀਜੈਂਟ ਹੈ ਬੰਦੇ, ਬਟ ਜਿਹੜਾ ਮੁੱਖ ਚਿਹਰਾ ਅੱਗੇ ਹੈ, ਉਹਨਾਂ ਦੀ ਵੀ ਪਿੱਛੇ ਇਹਨਾਂ ਦੇ ਨਾਲ ਮਦਦ ਹੋਊਗੀ, ਉਹ ਰਾਜੇਵਾਲ ਸਾਹਿਬ ਆਏ ਹੈ। ਤੇ ਰਾਜੇਵਾਲ ਸਾਹਿਬ ਇਜ਼ ਸੱਚ ਅ ਪਰਸਨ who is educated also, who also understands the problem, ਤੇ ਉਹ ਨਿਰੰਤਰ ਕਈ ਡਿਕੇਡਸ ਤੋਂ ਫਾਰਮਰਸ ਦੇ ਕੰਸਰਨਸ ਨੂੰ ਐਡਰੈਸ ਕਰਦੇ ਰਹੇ ਹੈ, ਜੂਝਦੇ ਰਹੇ ਹੈ, ਟੌਪ ਲੈਵਲ ਤੱਕ ਜਾ ਕੇ ਰੇਸ ਕਰਦੇ ਰਹੇ। ਉਹਨਾਂ ਨੂੰ ਕਲੈਰਿਟੀ ਆਫ ਮਾਈਂਡ ਬਹੁਤ ਕਲੀਅਰ ਆ ਉਹਨਾਂ ਦਾ। ਸੋ ਰਾਜੇਵਾਲ ਸਾਹਿਬ ਵੀ ਬਹੁਤ ਬੜੇ ਹੈ। ਹੁਣ ਕੀ ਬੀਜੇਪੀ ਇਸ ਨੂੰ ਵਾਈਂਡ ਅਪ ਕਰਨ ਲਈ ਕੋਈ ਨਾ ਕੋਈ ਲੀਵਰੇਜ ਦਿੰਦੀ ਹੈ ਕਿ ਨਹੀਂ ਦਿੰਦੀ? ਯੂ ਕੈਨ ਐਕਸਪੈਕਟ ਕਿ ਬੀਜੇਪੀ ਲੀਵਰੇਜ ਦੇ ਕੇ ਇਹਦੇ ਚੋਂ ਵੀ ਬੈਨੀਫਿਟ ਕੱਢਣ ਦੀ ਕੋਸ਼ਿਸ਼ ਕਰੇ, ਕਿਉਂਕਿ ਬੀਜੇਪੀ ਨੂੰ ਕਿਤੇ ਨਾ ਕਿਤੇ ਚੁੰਡੀ ਮਹਿਸੂਸ ਹੋ ਰਹੀ ਹੈ। ਕਿਉਂਕਿ ਵੈਸਟ ਬੰਗਾਲ 'ਚ ਵੀ ਜਿੱਥੇ ਪੰਜਾਬੀ ਗਏ ਹੈ, ਦੇ ਆਰ ਅਟਰੈਕਟਿੰਗ ਕਰਾਊਡਸ, ਐਂਡ ਪੰਜਾਬੀ ਕਮਿਊਨਿਟੀ ਉੱਥੇ ਵਾਈਬ੍ਰੈਂਟ ਕਮਿਊਨਿਟੀ ਹੈ ਕੈਲਕਟਾ ਦੇ ਵਿੱਚ। ਪਰਟੀਕੂਲਰਲੀ ਤੁਸੀਂ ਸ਼ਹਿਰ 'ਚ ਆ ਜਾਓ ਕੈਲਕਟਾ ਦੇ, ਸੋ ਬੰਗਾਲ ਪੂਰੇ ਦੇ ਵਿੱਚ ਟਰਾਂਸਪੋਰਟ ਹੈ ਜਿਹੜੀ ਉਹ ਸਾਰੀ ਪੰਜਾਬੀਆਂ ਕੋਲ ਹੈ। ਸੋ ਉਹਨਾਂ ਦਾ ਇਹ, ਐਂਡ ਉੱਥੇ ਦੇ ਬੰਦਿਆਂ ਨੇ ਜਦ ਬੰਗਾਲੀ 'ਚ ਬੋਲ ਕੇ ਐਡਰੈਸ ਕੀਤਾ ਹੈ, ਉਹਦੀ ਕਨੈਕਸ਼ਨ ਜਿਹੜਾ ਬੰਗਾਲ ਦੇ ਨਾਲ ਬਹੁਤ ਜ਼ਿਆਦਾ ਹੋਰ ਮਹਿਸੂਸ ਹੋਇਆ ਲੋਕਾਂ ਨੂੰ। ਬਿਲਕੁਲ। ਸੋ ਬੀਜੇਪੀ ਹੁਣ ਪੰਜਾਬ 'ਚ ਕੀ ਮੋਹਰਾ ਚੱਕਦੀ ਹੈ ਤੇ ਕਿਹੜਾ ਖੇਡਦੀ ਹੈ? ਹੁਣ ਘੋੜਾ ਢਾਈ ਦੀ ਚਾਲ ਕੀ ਚੱਲਦਾ ਹੈ, ਉਹ ਚੱਲਣਗੇ ਤਾਂ ਸੀ। ਇੱਕ ਹੋਰ ਫਿਰ ਮੈਂ ਰੀਜਨਲ ਟੌਪਿਕ ਤੇ ਆਉਣਾ। ਮੇਘਾਲਿਆ ਦੇ ਗਵਰਨਰ ਮਲਿਕ ਸਾਹਿਬ ਨੇ ਬੜੇ ਕੈਟੇਗਰੀਲੀ ਕਿਹਾ ਹੈਗਾ ਵੀ ਮੋਦੀ ਸਾਹਿਬ ਨੂੰ ਇਹ ਮਸਲਾ ਹੱਲ ਕਰਨਾ ਚਾਹੀਦਾ, ਇਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਹਿਸਟਰੀ ਪਤਾ ਹੋਣੀ ਚਾਹੀਦੀ ਹੈਗੀ ਆ। ਉਹਨਾਂ ਨੇ ਆਪਣੀ ਗਵਰਨਰਸ਼ਿਪ ਰਿਸਕ ਤੇ ਲਾਤੀ ਹੈਗੀ। ਇਹਦੇ ਕੀ ਪੋਲੀਟੀਕਲ ਰੀਪਰਕਸ਼ਨ ਕਹਾਇਆ ਗਿਆ ਉਹਨਾਂ ਤੋਂ, ਜਾਂ ਉਹਨਾਂ ਨੇ ਆਪਣੀ ਗੱਲ ਕਹੀ ਹੈਗੀ? ਤੁਸੀਂ ਨਾ ਕਦੇ ਵੀ ਇਹਨੂੰ ਇਸ ਐਂਗਲ ਨਾਲ ਨਹੀਂ ਦੇ ਸਕਦੇ ਕਿ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ
ਇਗਨੋਰ ਕਰਕੇ ਕੀਤਾ। ਬੀਜੇਪੀ ਦਾ ਸਿਸਟਮ ਆਫ ਵਰਕਿੰਗ ਅਲੱਗ ਹੈ। ਇਹਨਾਂ ਦਾ ਕਿਸਾਨ ਦਲ ਕਿਸਾਨਾਂ ਦੇ ਹੱਕ 'ਚ ਬੋਲੀ ਜਾਂਦਾ ਹੁੰਦਾ ਹੈ, ਇਹਨਾਂ ਦਾ ਜਿਹੜਾ ਮਜ਼ਦੂਰ ਸੰਘ ਆ ਉਹ ਮਜ਼ਦੂਰਾਂ ਦੇ ਹੱਕ 'ਚ ਬੋਲੀ ਜਾਂਦਾ ਹੁੰਦਾ ਹੈ। ਉਹਦੇ ਬਾਅਦ ਸੈਂਟਰ 'ਚ ਲਾਅ ਵੀ ਆ ਜਾਂਦੇ ਆ ਲੇਬਰ ਦੇ। ਇਹ ਮਲਿਕ ਸਾਹਿਬ ਤੇ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ, ਮਲਿਕ ਜਾਟ ਹੈ, ਉਹ ਬਾਗਪਤ ਹੈ, ਉਹ ਜ਼ਿਮੀਂਦਾਰ ਹੈ, ਉਹ ਜ਼ਮੀਨ ਨਾਲ ਜੁੜਿਆ ਹੋਇਆ ਹੈ, ਉਹ ਪੁਰਾਣੀਆਂ ਜਿਹੜੀਆਂ ਕਿਸਾਨ ਮੂਵਮੈਂਟਸ ਦਾ ਜਿਹੜਾ ਫਲਕਨ ਸੀ ਉਸ ਏਰੀਏ 'ਚ ਜੰਮਿਆ ਪਲਿਆ ਹੋਇਆ ਹੈ। ਸੋ ਉਹ ਸਮਝਦਾ ਹੈ ਕਿ ਇਹਦਾ ਇੰਪੈਕਟ ਕੀ ਹੋਇਆ ਐਂਡ ਉਹ ਆਜ਼ਾਦ ਤਬੀਅਤ ਨਾਲ ਵੀ ਬੋਲ ਸਕਦਾ। ਜ਼ਰੂਰੀ ਨਹੀਂ ਹੈ ਕਿ ਉਹ ਪਾਰਟੀ ਦੇ ਕਿਸੇ ਪਲਾਨ 'ਚ ਉਹ ਆਜ਼ਾਦ ਵੀ ਬੋਲ ਸਕਦਾ ਹੈ ਐਂਡ ਜੇ ਉਹ ਬੋਲਿਆ ਤਾਂ ਉਹਦਾ ਸੁਣਵਾਈ ਵੀ ਹੋਊਗੀ। ਇੰਨੀ ਵੀ ਗੱਲ ਨਹੀਂ ਹੈ ਕਿ ਉਹਨੂੰ ਸੁਣਨਗੇ ਨਹੀਂ, ਬਟ ਐਟ ਦ ਸੇਮ ਟਾਈਮ ਉਹਦੀ ਪੋਲੀਟੀਕਲ ਰੈਲੇਵੈਂਸ ਨਹੀਂ ਹੈ। ਜਿਹੜੇ ਗਵਰਨਰਸ ਹੁੰਦੇ ਹੈ, ਗਵਰਨਰ ਸਾਰੇ ਪਾਰਕਿੰਗ ਲੋਟਸ ਹੁੰਦੇ ਆ ਸੀਨੀਅਰ ਲੀਡਰਸ ਨੂੰ ਐਡਜਸਟ ਕਰਨ ਲਈ। ਜੇ ਇਹਨੂੰ ਕਹੋ ਤੁਸੀਂ ਕਿ ਉਹ ਰੈਲੇਵੈਂਟ ਹੈ ਬੀਜੇਪੀ ਦੀ ਪੋਲਿਟਿਕਸ, ਨਹੀਂ, ਹੀ ਇਜ਼ ਨਾਟ ਰੈਲੇਵੈਂਟ। ਉਹਦੀ ਕੋਈ ਬੀਜੇਪੀ ਨੂੰ ਇਹ ਨਹੀਂ ਕਿ ਉਹਨੂੰ ਵਾਪਸ ਐਕਟਿਵ ਆ ਕੇ ਐਕਟਿਵ ਪੋਲਿਟਿਕਸ 'ਚ ਆ ਜਾਣਾ। ਹੀ ਵਿਲ ਰਿਮੇਨ ਦੇਅਰ, ਆਪਣਾ ਟਰਮ ਖਤਮ ਕਰਕੇ ਜਾਣਗੇ। ਲੋਕ ਸਵਾਲ ਮੈਂ ਹੁਣ ਢਾਡਾ ਸਾਹਿਬ ਹੋਰ ਪੁੱਛਣੇ ਆ, ਇੱਕ ਅਕਾਲੀ ਦਲ ਦਾ, ਇੱਕ ਮੈਂ ਕਾਂਗਰਸ ਦਾ। ਇੱਕ ਜਿਹੜੀ ਬਲਟੋਹਾ ਦੀ ਰੈਲੀ 'ਚ ਖਾਸ ਤੌਰ ਤੇ ਵਿਰਸਾ ਸਿੰਘ ਬਲਟੋਹਾ ਨੋ ਡਾਊਟ ਸਪੋਕਸਮੈਨ ਵੀ ਰਹੇ ਆ, ਕੈਬਨਿਟ ਮਿਨਿਸਟਰ ਵੀ ਰਹੇ ਆ, ਵੱਡੇ ਬਾਦਲ ਤੇ ਸੁਖਬੀਰ ਬਾਦਲ ਦੇ ਵੀ ਕਾਫੀ ਲਾਗੇ ਆ। ਉਧਰੋਂ ਜਿਹੜੀ ਟਿਕਟ ਦੇ ਜਿਹੜਾ ਕੈਰੋਂ ਪਰਿਵਾਰ ਇਹਨਾਂ ਦੇ ਦਮਾਦ ਉਹ ਵੀ ਹੈਗਾ, ਉਹ ਜਦੋਂ ਸੁਖਬੀਰ ਬਾਦਲ ਨੇ ਓਪਨਲੀ ਕਿਹਾ ਜੀ ਇਹ ਟਿਕਟ ਬਲਟੋਹਾ ਸਾਹਿਬ ਦੀ, ਉਹਦੇ ਨਾਲ ਕੀ ਪੋਲੀਟੀਕਲ ਰਿਪਰਕਸ਼ਨ ਹੋ ਸਕਦੇ? ਇੱਕ ਜਾਂ ਫੈਮਿਲੀ ਫਿਊਡ ਵਧੇਗਾ ਜਾਂ ਇਹਨੂੰ ਕਿਵੇਂ ਸੈਟਲ ਕੀਤਾ ਜਾਏਗਾ? ਦੇਖੋ, ਆਈ ਡੂ ਨਾਟ ਨੋ ਦੀ ਇਨਰ ਨਿਟੀ-ਗ੍ਰਿਟੀਜ਼, ਬਟ ਇੱਕ ਚੀਜ਼ ਤਾਂ ਬੜੀ ਕਲੀਅਰ ਹੈ ਕਿ ਪਾਰਟੀ ਲੀਡਰਸ਼ਿਪ ਨੂੰ ਕਿਸੇ ਇੱਕ 'ਚ ਫੈਸਲਾ ਕਰਨਾ ਪੈਂਦਾ। ਉਹਦੇ 'ਚ ਜਿਹੜੀ ਇਲੈਕਟੋਰੇਟ ਹੈ ਉਹਦੀ ਪਲਸ ਦੇਖ ਕੇ ਹੁੰਦਾ। ਜੇ ਤੁਸੀਂ ਕਹੋ ਨਾ ਕਿ ਪੋਲੀਟੀਕਲ ਪਾਰਟੀਆਂ ਟਿਕਟ ਦੇ ਦਿੰਦੀਆਂ ਕੱਲਾ ਇਹ ਸੋਚ ਕੇ ਕਿ ਮੇਰੇ ਨੇੜੇ ਕੌਣ ਹੈ ਜਾਂ ਮੇਰੇ ਦੂਰ ਕੌਣ ਹੈ, ਇਹ ਨਹੀਂ ਹੁੰਦਾ। ਵੈਸੇ ਤਾਂ ਕਲੇਮ ਵੀ ਬਲਟੋਹਾ ਸਾਹਿਬ ਦਾ ਬਣਦਾ ਕਿਉਂਕਿ ਉਸ ਇਲਾਕੇ ਦਾ ਬੰਦਾ, ਉਸ ਇਲਾਕੇ ਦਾ ਹੈ। ਫਿਰ ਵਿਨੇਬਿਲਿਟੀ ਦੇਖਣੀ ਹੁੰਦੀ ਹੈ, ਫਿਰ ਜਿਹੜੇ ਗ੍ਰਾਸ ਰੂਟ ਲੈਵਲ ਤੇ ਵਰਕਰ ਹੈ ਉਹਨਾਂ ਦੀਆਂ ਐਸਪੀਰੇਸ਼ਨਸ ਕੀ ਹੈ, ਉਹ ਕਿਹਦੇ ਨਾਲ ਜੁੜੇ ਹੋਏ ਹੈ। ਐਂਡ ਡੈਫੀਨੇਟਲੀ ਇਹੋ ਜਿਹੀਆਂ ਗੱਲਾਂ ਸੋਚ ਕੇ ਹੀ ਕੀਤਾ ਹੋਊਗਾ। ਕੈਰੋਂ ਸਾਹਿਬ ਵੀ ਬਹੁਤ ਸਾਡੇ ਪਾਰਟੀ ਦੇ ਵਿੱਚ ਪ੍ਰੋਮੀਨੈਂਟ ਪੋਜੀਸ਼ਨਸ 'ਚ ਰਹੇ ਹੈ ਐਂਡ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਐਡਜਸਟ ਕਰੂਗੀ ਪਾਰਟੀ, ਜ਼ਰੂਰ ਹੋਊਗਾ। ਚਲੋ ਇੱਕ ਲਾਸਟ ਸਵਾਲ, ਇਹ ਹੁਣ ਕੈਪਟਨ ਸਾਹਿਬ ਉਹ ਸਾਲ ਦਾ ਖਜ਼ਾਨਾ ਅੱਜ ਦੀ ਡੇਟ 'ਚ ਉਹਨਾਂ ਕੋਲ ਆ, ਉਹ ਲੁਹਾਣੇ ਪ੍ਰੋਗਰਾਮ ਵੀ ਜਾਂ ਹੋਰ ਹੈਗਾ, ਤੇ ਉਹਦੇ ਨਾਲ ਕਿੰਨਾ ਕੁ ਪੋਲੀਟੀਕਲੀ ਬੈਨੀਫਿਟ ਇਹਨਾਂ ਨੂੰ? ਮੌਕੇ ਦੀ ਸਰਕਾਰ ਵੀ ਆ, ਸਾਰੇ ਅਫਸਰ ਵੀ ਉਹਨਾਂ ਦੇ ਇਸ਼ਾਰੇ ਤੇ ਚੱਲਣਗੇ। ਦੇਖੋ, ਕੁਛ ਨਾ ਕੁਛ ਤਾਂ ਗਵਰਨਮੈਂਟਸ ਬੈਨੀਫਿਟ ਲੈਂਦੀ ਆ। ਹੁਣ 6 ਮਹੀਨੇ 'ਚ ਲੱਗਣਗੇ, ਸਾਰੇ ਕਿਤੇ ਸੜਕਾਂ ਬਣਨੀਆਂ ਸ਼ੁਰੂ ਹੋ ਜਾਣੀਆਂ, ਹੁਣ ਪੈਸਾ ਰੋੜਿਆ ਜਾਊਗਾ। ਹਾਂਜੀ, ਹੁਣ ਉਹ ਜਿਹੜਾ ਪੈਸਾ ਰੋੜਨਗੇ ਨਾ ਉਹਦਾ ਇੰਪੈਕਟ ਇੰਨਾ ਨਹੀਂ ਆਣਾ। ਹੁਣ ਕਈ ਜਗ੍ਹਾ ਹੁੰਦਾ ਸਾਰੀਆਂ ਹੀ ਸੜਕਾਂ ਹੁਣ ਪੱਟੀਆਂ ਜਾਣਗੀਆਂ, ਕਿਤੇ ਸੀਵਰੇਜ ਬਣ ਜੂ, ਕਿਤੇ ਆਲਰੇਡੀ ਲਾਣਾ ਸ਼ੁਰੂ ਕਰਤਾ ਇਹਨਾਂ ਨੇ, ਕਨਸਟੀਟੂਐਂਸੀ ਵਾਈਜ਼ ਫੰਡਸ ਦਿੱਤੇ ਹੈ ਫॉर ਡਿਵੈਲਪਮੈਂਟ। ਬਟ ਕੁਐਸਚਨ ਹੈ ਕਿ 4.5 ਸਾਲ ਤੁਸੀਂ ਗਵਰਨੈਂਸ ਕੀ ਦਿੱਤੀ? ਹੁਣ 4.5 ਸਾਲ ਤੁਸੀਂ ਸੜਕਾਂ ਨੂੰ ਵੀ ਛੱਡ ਦਿਓ, ਇਸ ਡਿਵੈਲਪਮੈਂਟ ਨੂੰ ਵੀ ਭੁੱਲ ਜਾਓ, ਤੁਸੀਂ ਲਾਇਆ ਹੀ ਨਹੀਂ, ਕਿਤੇ ਇਗਨੋਰ ਕਰਤਾ। ਤੁਸੀਂ ਅਦਰਵਾਈਜ਼ ਕਿੰਨੀ ਇੰਸਪਾਇਰਿੰਗ ਐਡਮਿਨਿਸਟ੍ਰੇਸ਼ਨ ਦਿੱਤੀ ਹੈ। ਕਿਆ ਸਧਾਰਨ ਲੋਕ ਗ੍ਰਾਸ ਰੂਟ ਲੈਵਲ ਤੇ ਖੁਸ਼ ਹੈ ਕਿ ਉਹਨਾਂ ਨੂੰ ਥਾਣੇ ਜਾ ਕੇ ਜਸਟਿਸ ਮਿਲਦਾ ਹੈ? ਕਿਆ ਉਹ ਖੁਸ਼ ਹੈ ਕਿ ਉਹਨੂੰ ਐਸਡੀਐਮ ਦੇ ਜਾ ਕੇ ਜਸਟਿਸ ਮਿਲਦਾ ਹੈ? ਕਿਆ ਉਹ ਖੁਸ਼ ਹੈ ਕਿ ਉਹਨਾਂ ਨੂੰ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਕੋਲ ਜਾ ਕੇ ਜਸਟਿਸ ਮਿਲਦਾ ਹੈ? ਕਿਆ ਉਹ ਲੋਕ ਇਹ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਚਾਹੇ ਬਿਜਲੀ ਮਹਿਕਮੇ ਜਾਣ ਜਾਂ ਕਿਸੇ ਹੋਰ ਮਹਿਕਮੇ ਜਾਣ, ਕੋਆਪਰੇਟਿਵ ਦੇ ਮਹਿਕਮੇ ਜਾਣ, ਉਹਨਾਂ ਨੂੰ ਜਾਂਦੇ ਸਾਰ ਇਨਵਾਇਰਮੈਂਟ ਇੰਪਰੂਵ ਹੋਈ ਨਜ਼ਰ ਆਈ ਹੈ? ਸੋ ਸਿਚੁਏਸ਼ਨ ਤਾਂ ਇਹ ਹੈ ਕਿ ਹਾਲਾਤ ਵਿਗੜੇ ਹੈ। ਫਾਰਮ ਐਜੀਟੇਸ਼ਨ ਦੇ ਵਿੱਚ ਇੱਕ ਬਹੁਤ ਬੜਾ ਵਿਦਰੋਹ ਸੀ ਕਿ ਐਸਡੀਐਮ ਡਿਸਾਈਡ ਕਰੂਗਾ, ਤੇ ਐਸਡੀਐਮ 'ਚ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ। ਇਹ ਤਾਂ ਬੜੀ ਵੱਡੀ ਇੰਡਾਈਟਮੈਂਟ ਆਫ ਗਵਰਨਮੈਂਟ ਹੈ ਕਿ ਲੋਕ ਸਮਝਦੇ ਆ ਕਿ ਤੁਹਾਡੇ ਅਫਸਰ ਮੈਰਿਟ ਤੇ ਕੰਮ ਹੀ ਨਹੀਂ ਕਰ ਸਕਦੇ, ਇਹਨੂੰ ਜੋ ਪੋਲੀਟੀਕਲ ਸਿਫਾਰਿਸ਼ ਹੋਊਗੀ ਉੱਤੇ ਕਰਨਗੇ। ਇੱਕ ਕਾਂਗਰਸ ਦੇ ਲੀਡਰਸ਼ਿਪ ਤੇ ਮਤਲਬ ਆਮ ਲੋਕਾਂ ਵਿੱਚ ਇਹੀ ਪਰਸੈਪਸ਼ਨ ਹੈ, ਹੁੰਦਾ ਵੀ ਨਹੀਂ। ਹਾਂ, ਇੱਕ ਹੋਰ ਹੋਇਆ ਕਿ ਕੈਪਟਨ ਸਾਹਿਬ ਐਬਸੈਂਟ ਰਹੇ ਹੈ ਐਡਮਿਨਿਸਟ੍ਰੇਸ਼ਨ ਚੋਂ। ਕੈਪਟਨ ਸਾਹਿਬ ਨੇ ਗਵਰਨੈਂਸ ਥਰੂ ਰਿਟਾਇਰਡ ਆਈਐਸ ਆਫਿਸਰ ਕੀਤੀ ਹੈ। ਉਹਦਾ ਅਸਰ ਕੀ ਹੋਇਆ ਕਿ ਜਿਹੜੇ ਇਹਨਾਂ ਦੀ ਲੋਕਲ ਲੀਡਰਸ਼ਿਪ ਹੈ, ਐਮਐਲਏਸ, ਬਹੁਤ ਇੰਟਰਫੀਰੈਂਸ ਦਾ ਅਸਰ ਇਹ ਹੋਇਆ ਕਿ ਸਿਸਟਮ ਕੋਲੈਪਸ ਕਰ ਗਿਆ ਤੇ ਕਰਪਸ਼ਨ ਸਿਰ ਚੜ ਕੇ ਬੋਲੀ ਹੈ। ਇਹਦਾ ਬਹੁਤ ਵੱਡਾ ਖਮਾਜਾ ਦੇਣਾ ਪਊਗਾ। ਉਹਦਾ ਕੀ ਕਰਨਗੇ ਜਿਹੜਾ 4.5 ਸਾਲ ਲੋਕਾਂ ਦੀ ਲੁੱਟ ਖਸੁੱਟ ਕੀਤੀ ਹੈ, ਲੋਕਾਂ ਨਾਲ ਧੱਕੇ ਮੁੱਕੀ ਕੀਤੀ ਹੈ, ਲੋਕਾਂ ਦਾ ਹੱਕਾਂ ਦੇ ਉੱਤੇ ਪੂਰੇ ਦੇ ਪੂਰੇ ਤੁਸੀਂ ਸੁਹਾਗਾ ਹੀ ਚਲਾਤਾ? ਉਹਦਾ ਕੀ ਕਰੋਗੇ? ਉਹਦਾ ਜਵਾਬ ਕੌਣ ਹੋਊਗਾ?
ਇੱਕ ਟਾਂਡਾ ਸਾਹਿਬ ਲਾਸਟ ਸਵਾਲ ਛੋਟਾ ਜਿਹਾ, ਇਟ ਇਜ਼ ਆਲਸੋ ਓਪਨ ਫੈਕਟ, ਨਸ਼ਾ ਵਸ਼ਾ ਸ਼ਰਾਬ ਪੈਸਾ ਚੱਲਦਾ ਹੈਗਾ ਇਲੈਕਸ਼ਨਾਂ ਦੌਰਾਨ, ਚਾਹੇ ਇਲੈਕਸ਼ਨ ਕਮਿਸ਼ਨ ਜਿੰਨਾ ਮਰਜ਼ੀ ਕੰਟਰੋਲ। ਇੱਕ ਮੈਂ ਤੁਹਾਨੂੰ ਛੋਟਾ ਜਿਹਾ ਨਿੱਜੀ ਸਵਾਲ ਪੁੱਛਦਾ, ਤੁਸੀਂ ਵੀ ਐਮਐਲਏ ਰਹੇ, ਕਦੀ ਤੁਹਾਨੂੰ ਵੀ ਇਸ ਕੰਮ ਲਈ ਪੈਸਾ ਖਰਚਣਾ ਪਿਆ ਕਿ ਤੁਹਾਨੂੰ ਮੈਰਿਟ ਵਾਈਜ਼ ਵੋਟਾਂ ਲੋਕਾਂ ਨੇ ਪਸੰਦ ਕੀਤਾ ਸੀ ਕੀ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪੋਪੂਲਰ ਹਾਂਜੀ। ਵੋਟ ਜ਼ਰੂਰ ਹੁੰਦੀ ਹੈ। ਇੱਕ ਵੀ ਪੋਲੀਟੀਸ਼ੀਅਨ ਜੇ ਕਵੇ ਕਿ ਮੈਂ ਟਰੂਲੀ ਇਲੈਕਸ਼ਨ ਕਮਿਸ਼ਨ ਦੇ ਰੂਲਸ ਅਨੁਸਾਰ ਇਲੈਕਸ਼ਨ ਲੜੀ ਹੈ, ਉਹ ਝੂਠ ਬੋਲਦਾ ਸਣੇ ਮੇਰੇ। ਇਹ ਨਹੀਂ ਕੋਈ ਕਹਿ ਸਕਦਾ। ਇਹ ਜਿੰਨੇ ਬਣੇ ਹੋਏ ਆ ਪਬਲਿਕ ਕੰਜ਼ੰਪਸ਼ਨ ਲਈ ਹੈ, ਗਰਾਊਂਡ ਦੇ ਉੱਤੇ ਸਿਚੁਏਸ਼ਨਸ ਹੀ ਹੋ ਰਹਾ। ਐਂਡ ਇਸ ਜਿਹੜੀ ਇਲੈਕਸ਼ਨ ਦਾ ਸਿਸਟਮ ਇਹਨਾਂ ਡਿਲੂਟ ਕਰ ਦਿੱਤਾ ਹੈ ਸਕਸੈਸਿਵਲੀ, ਸਾਰੇ ਜ਼ਿੰਮੇਦਾਰ ਹੈ, ਇਕੱਲੇ ਇਹਨੂੰ ਐਵੇਂ ਕਿਸੇ ਇੱਕ ਨੂੰ ਕਹਿਣ ਦੀ ਨਹੀਂ ਕਿ ਫੇਅਰ ਪਲੇ ਵਾਲੀ ਗੱਲ ਹੈ ਜਿਹੜੀ ਉਹ ਬਹੁਤ ਪਿੱਛੇ ਚਲੇਗੀ, ਬਹੁਤ ਪਿੱਛੇ ਚਲੇਗੀ। ਐਂਡ ਇਹਨੂੰ ਇੰਪਰੂਵ ਕਰਨ ਲਈ ਕਲੈਕਟਿਵ ਐਫਰਟ ਹੋਊਗੀ, ਅੰਤਰੋਂ ਆਤਮ ਇੱਛਾ ਹੋਊਗੀ ਪੋਲੀਟੀਕਲ ਪਾਰਟੀਆਂ ਦੀ, ਤਾਂ ਜਾ ਕੇ ਸੁਧਾਰ ਹੋਊਗਾ। ਐਂਡ ਇਲੈਕਸ਼ਨ ਕਮਿਸ਼ਨ ਤੇ ਵੀ ਜਿਵੇਂ ਸ਼ੀਸ਼ਨ ਸਾਹਿਬ ਦੇ ਸਮੇਂ ਲੋਕਾਂ ਨੂੰ ਵਿਸ਼ਵਾਸ ਵੱਝਿਆ ਸੀ, ਅੱਜ ਨਹੀਂ ਹੈ। ਜਿਹੜੇ ਈਵੀਐਮਸ ਤੇ ਹੋਰਾਂ ਤੇ ਸਵਾਲ, ਹੁਣ ਬੰਗਾਲ ਦੀ ਇਲੈਕਸ਼ਨ ਸਿੱਧਾ ਹੀ ਮਮਤਾ ਜੀ ਅਟੈਕ ਕਰਨ ਲੱਗ ਗਏ। ਇਹ ਕਰਨਾ ਵੀ ਨਹੀਂ ਚਾਹੀਦਾ ਪੋਲੀਟੀਕਲ ਪਾਰਟੀਆਂ ਨੂੰ, ਬਟ ਐਟ ਦ ਸੇਮ ਟਾਈਮ ਲੋਕਾਂ ਦਾ ਵਿਸ਼ਵਾਸ ਵੀ ਨਹੀਂ ਹੈ। ਦੇ ਪਲੇ ਟੂ ਦ ਗੈਲਰੀ, ਇਹਦੇ ਤੇ ਅਟੈਕ ਕਰ ਕਰਕੇ ਹੁਣ ਇਲੈਕਟ੍ਰੋਨਿਕ ਮਸ਼ੀਨਸ ਦੇ ਉੱਤੇ ਇੰਨਾ ਹਮਲਾ ਕਰਦੇ ਆ, ਪਰ ਇਹਦੇ 'ਚ ਟੈਂਪਰ ਹੁੰਦੀਆਂ। ਹੁਣ ਲੋਕਲ ਬੋਡੀਜ਼ ਦੇ ਵਿੱਚ ਇਹਨਾਂ ਨੇ ਸੀਲਾਂ ਭੰਨ ਕੇ ਇੱਕ ਦਿਨ ਪਹਿਲਾਂ ਹੀ ਕਾਊਂਟਿੰਗ ਕਰਕੇ ਵਿਹਲੀਆਂ ਕਰਤੀਆਂ। ਲੋਕੀ ਆਏ ਆ ਤਾਂ ਉੱਥੇ ਸਿਸਟਮ ਹੀ ਗੜਬੜ ਹੋਇਆ ਪਿਆ ਸੀ। ਆਈ ਹੈਵ 2 ਇੰਸਟੈਂਸਸ ਇਨ ਖੰਨਾ ਆਲਸੋ, ਕਿਤੇ ਹੋਰਾਂ ਤੋਂ ਵੀ ਮੈਨੂੰ ਪਤਾ ਲੱਗਿਆ, ਮੰਡੀ ਗੋਬਿੰਦਗੜ੍ਹ ਕੀਤਾ ਇਹਨਾਂ ਨੇ। ਜਦ ਪੋਲੀਟੀਕਲ ਪਾਰਟੀਆਂ ਡਿਲੂਟ ਕਰਦੀਆਂ, ਦੇਖੋ ਸਿਸਟਮ ਹੈ ਨਾ ਜਿਹੜਾ, ਉਹ ਸਿਸਟਮ 'ਚ ਫਲੋ ਨਹੀਂ ਹੁੰਦਾ, ਜਿਹੜੇ ਸਿਸਟਮ ਨੂੰ ਰਨ ਕਰਦੇ ਆ ਉਹ। ਚਲੋ ਤੁਸੀਂ ਬਹੁਤ ਲੌਜੀਕਲ ਗੱਲਾਂ ਕਹੀਆਂ ਹੈਗੀਆਂ, ਤੁਹਾਡੇ ਪ੍ਰੋਗਰਾਮ ਵੀ ਬਹੁਤ ਲੋਕੀ ਪਸੰਦ ਕਰਦੇ ਆ, ਔਰ ਜਿਹੜੇ ਵੀ ਮੇਰੇ ਕੋਲ ਉਹ ਆਉਂਦੀ ਰਹਿੰਦੀ ਆ, ਔਰ ਜਿਹੜਾ ਪ੍ਰੋਗਰਾਮ ਦੇਖਣਾ ਸ਼ੁਰੂ ਕਰ ਦਿੰਦਾ ਉਹ ਕਾਫੀ ਹੱਦ ਤੱਕ ਲਗਭਗ ਪੂਰੇ ਪ੍ਰੋਗਰਾਮ ਦੇਖਦੇ ਹੈਗੇ ਆ। 20% ਬਹੁਤ ਜ਼ਿਆਦਾ। ਟਾਂਡਾ ਸਾਹਿਬ ਤੁਸੀਂ ਆਨਲਾਈਨ ਸਾਡੇ ਨਾਲ ਜੁੜੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਸਰ, ਜੈ ਹਿੰਦ।